ਹੈਲੋ ਐਂਡ ਵੈਲਕਮ ਬੱਚੋ। ਅੱਜ ਆਪਣਾ ਡਿਊਅਲ ਨੇਚਰ ਦਾ ਲੈਕਚਰ ਨੰਬਰ 3 ਐਂਡ ਲੈਕਚਰ ਨੰਬਰ 3 ਤੋਂ ਬਾਅਦ ਇੱਕ ਲੈਕਚਰ ਹੋਰ, ਯਾਨੀ ਕਿ ਆਪਾਂ ਟੋਟਲ ਡਿਊਅਲ ਨੇਚਰ ਨੂੰ 4 ਲੈਕਚਰਸ 'ਚ ਕੰਪਲੀਟ ਕਰ ਰਹੇ ਹਾਂ। ਲਾਸਟ ਲੈਕਚਰ ਤੱਕ ਆਪਾਂ ਡਿਊਅਲ ਨੇਚਰ ਦੇ ਵਿੱਚ ਉਹਦੀਆਂ ਲਿਨਾਰਡ ਤੇ ਹੈਲਵਾਚ ਦੀਆਂ ਆਬਜ਼ਰਵੇਸ਼ਨਸ ਕਰ ਚੁੱਕੇ ਤੇ ਆਇਨਸਟਾਈਨ ਦੀ ਇਕੁਏਸ਼ਨ ਲਿਖ ਚੁੱਕੇ ਸੀਗੇ। ਅੱਜ ਮੈਂ ਆਇਨਸਟਾਈਨ ਦੀ ਇਕੁਏਸ਼ਨ ਤੋਂ ਦੁਬਾਰਾ ਸ਼ੁਰੂ ਕਰਦਾ। ਲਾਜ਼ ਆਫ ਫੋਟੋ ਇਲੈਕਟ੍ਰਿਕ ਐਮਿਸ਼ਨ ਜਿਹੜੇ ਹੈ ਉਹ ਉਸ ਇਕੁਏਸ਼ਨ ਦੇ ਨਾਲ ਬੜੇ ਵਧੀਆ ਐਕਸਪਲੇਨ ਹੋ ਜਾਂਦੇ ਨੇ, ਜਿਹਦੇ ਕਰਕੇ ਆਇਨਸਟਾਈਨ ਨੂੰ ਬੇਟਾ ਨੋਬੇਲ ਪ੍ਰਾਈਜ਼ ਵੀ ਮਿਲਿਆ ਸੀਗਾ। ਠੀਕ ਹੈ, ਐਂਡ ਉਹ ਇਕੁਏਸ਼ਨ ਕੀ ਹੈ, ਆਪਾਂ ਨੂੰ ਇਹ ਪਤਾ ਹੈ ਕਿ ਕਿਸੇ ਵੀ ਮੈਟਲ ਸਰਫੇਸ ਤੇ ਜਦ ਆਪਾਂ ਲਾਈਟ ਇਨਸੀਡੈਂਟ ਕਰਦੇ ਹਾਂ ਹਨਾ, ਤਾਂ ਜਿਹੜੀ ਇਨਸੀਡੈਂਟ ਲਾਈਟ ਹੈ ਜੇਕਰ ਉਹਦੀ ਫ੍ਰੀਕੁਐਂਸੀ ਜਿਹੜੀ ਫੋਟੋਨ ਦੀ ਉਹ ਨਿਊ ਹੈ ਤਾਂ ਕਿੰਨੀ એનર્ਜੀ ਨਾਲ ਆ ਰਿਹਾ ਹੈ, ਐਚ ਨਿਊ ਨਾਲ। ਆਇਨਸਟਾਈਨ ਇਹ ਕਹਿੰਦਾ ਕਿ ਜਿਹੜਾ ਐਚ ਨਿਊ એનર્ਜੀ ਵਾਲਾ ਫੋਟੋਨ ਹੈ ਜੇਕਰ ਉਹ ਸਫੀਸ਼ੀਐਂਟਲੀ ਹਾਈ એનર્ਜੀ ਵਾਲਾ ਹੈਗਾ ਤਾਂ ਉਹ ਕੀ ਕਰੇਗਾ, ਵਰਕ ਫੰਕਸ਼ਨ ਜਿੰਨਾ ਵਰਕ ਤਾਂ ਕਰੇਗਾ ਹੀ ਕਰੇਗਾ। ਇੰਨਾ ਲੋੜ ਹੈ ਸਾਨੂੰ ਕਿ ਇਲੈਕਟ੍ਰੋਨ ਨੂੰ ਇਜੈਕਟ ਕਰਨ ਵਾਸਤੇ ਵਰਕ ਕਰਨ ਦੇ ਲਈ, ਐਂਡ ਬਾਕੀ ਦੀ એનર્ਜੀ ਨੂੰ ਕਿਹਦੇ 'ਚ ਬਦਲ ਦੇਗਾ, ਕਾਇਨੈਟਿਕ એનર્ਜੀ 'ਚ। ਤਾਂ ਹਾਫ ਐਮ ਵੀ ਮੈਕਸ ਦਾ ਸਕੁਆਇਰ, ਯਾਨੀ ਕਿ ਮੈਕਸਿਮਮ ਕਾਇਨੈਟਿਕ એનર્ਜੀ ਆ ਗਈ। ਹੁਣ ਮੈਕਸਿਮਮ ਕਾਇਨੈਟਿਕ એનર્ਜੀ ਵਰਡ ਆਪਾਂ ਕਾਹਤੋਂ ਯੂਜ਼ ਕੀਤਾ, ਉਹਦਾ ਕਾਰਨ ਇਹ ਹੈ ਕਿ ਸਾਰੇ ਜਿਹੜੇ ਫੋਟੋਨਸ ਨੇ ਉਹ ਮੈਕਸਿਮਮ ਕਾਇਨੈਟਿਕ એનર્ਜੀ ਨਾਲ ਨਹੀਂ ਨਿਕਲਦੇ। ਤੁਹਾਡੀ એનર્ਜੀ ਦਾ ਜੇ ਪਾਰਟ ਜਿਹੜਾ ਹੈ ਉਹ ਸਰਫੇਸ ਇਲੈਕਟ੍ਰੋਨਸ ਵਾਸਤੇ ਤਾਂ ਵਰਕ ਫੰਕਸ਼ਨ ਜਿੰਨਾ ਹੋਊਗਾ, ਲੇਕਿਨ ਕਈ ਵਾਰੀ ਤੁਹਾਡਾ ਫੋਟੋਨ ਜਿਹੜਾ ਹੈ ਉਹ ਜਾ ਕੇ ਸਿੱਧਾ ਹੋ ਸਕਦਾ ਹੈ ਕਿ ਇਲੈਕਟ੍ਰੋਨ ਨਾਲ ਇੰਟਰੈਕਟ ਨਾ ਕਰ ਪਾਵੇ। ਇਨ ਦੈਟ ਕੇਸ ਹੋ ਸਕਦਾ ਹੈ ਕਿ ਉਹਦੀ ਜਿਹੜੀ એનર્ਜੀ ਦਾ ਪਾਰਟ ਹੈ ਉਹ ਵਰਕ ਫੰਕਸ਼ਨ 'ਚ ਯੂਜ਼ ਹੋਵੇ, ਅ ਪਾਰਟ ਆਫ ਦੈਟ ਕਿਤੇ ਹੋਰ ਯੂਜ਼ ਹੋ ਜਾਏ ਤੇ ਬਾਕੀ ਦੀ ਕਾਇਨੈਟਿਕ એનર્ਜੀ ਬਣੇ। ਸੋ ਕਾਇਨੈਟਿਕ એનર્ਜੀ ਵੇਰੀ ਕਰ ਸਕਦੀ ਹੈ। ਇਹ ਉਦੋਂ ਦੀ ਇਕੁਏਸ਼ਨ ਹੈ ਜਦੋਂ ਤੁਹਾਡਾ ਆਇਆ ਹੋਇਆ ਫੋਟੋਨ ਜਾ ਕੇ ਸਿੱਧਾ ਇਲੈਕਟ੍ਰੋਨ ਨੂੰ ਮਿਲਿਆ, ਉਹਨੂੰ ਕੀਤਾ ਇਜੈਕਟ ਤੇ ਬਾਕੀ ਦੀ એનર્ਜੀ ਕਿਹੜੀ ਦਿੱਤੀ, ਕਾਇਨੈਟਿਕ, ਤਾਂ ਫਿਰ ਉਹ ਮੈਕਸਿਮਮ ਕਾਇਨੈਟਿਕ એનર્ਜੀ ਨਿਕਲੇਗੀ। ਅਗਲੀ ਗੱਲ, ਜੇ ਤੁਹਾਨੂੰ ਉਹ ਸਾਰਾ ਯਾਦ ਹੈ ਕਿ ਜਿਹੜੀ ਮੈਕਸਿਮਮ ਕਾਇਨੈਟਿਕ એનર્ਜੀ ਹੁੰਦੀ ਹੈ, ਮੈਕਸਿਮਮ ਕਾਇਨੈਟਿਕ એનર્ਜੀ ਜਿਹੜੀ ਹੈ ਉਹ ਅੱਗੋਂ ਕਿੰਨੇ ਬਰਾਬਰ ਹੁੰਦੀ ਹੈ, ਜੇ ਆਪਣੀ ਉਹ ਡਾਇਗਰਾਮ ਦੇ ਵਿੱਚ ਦੇਖੀਏ ਤਾਂ ਜਿਹੜੀ ਮੈਕਸਿਮਮ ਕਾਇਨੈਟਿਕ એનર્ਜੀ ਨਾਲ ਜਿਹੜਾ ਇਲੈਕਟ੍ਰੋਨ ਜਾ ਰਿਹਾ ਹੁੰਦਾ ਹੈ, ਜੇ ਅੱਗੋਂ ਪਲੇਟ ਦਾ ਨੈਗੇਟਿਵ ਪੋਟੈਂਸ਼ੀਅਲ ਹੋਵੇ ਤਾਂ ਉਹਨੂੰ ਰੋਕਦਾ ਹੈ ਨਾ। ਤੇ ਜੇਕਰ ਵੀ ਨੋਟ ਉਹ ਪੋਟੈਂਸ਼ੀਅਲ ਹੈ ਜਿੰਦੇ ਨਾਲ ਇਲੈਕਟ੍ਰੋਨ ਤੇ ਵਰਕ ਈਵੀ ਨੋਟ ਹੁੰਦਾ ਹੈ ਤੇ ਰੁਕ ਜਾਂਦਾ, ਯਾਨੀ ਕਿ ਤੁਹਾਡੀ ਕਾਇਨੈਟਿਕ એનર્ਜੀ ਕੀ ਕਰਦੀ ਹੈ, ਉਹ ਖਤਮ ਹੋ ਜਾਂਦੀ ਹੈ। ਕੌਣ ਵਰਕ ਕਰਦਾ ਉਹਦੇ ਤੇ, ਉਹ ਜਿਹੜੀ ਸਾਹਮਣੇ ਵਾਲੀ ਪਲੇਟ ਹੈ ਉਹਦਾ ਨੈਗੇਟਿਵ ਪੋਟੈਂਸ਼ੀਅਲ। ਤਾਂ ਇਸ ਪੋਟੈਂਸ਼ੀਅਲ ਨੂੰ ਅਸੀਂ ਕੀ ਕਿਹਾ ਸੀ, ਸਟੋਪਿੰਗ ਪੋਟੈਂਸ਼ੀਅਲ। ਤਾਂ ਫਿਰ ਸਾਡੀ ਇਕੁਏਸ਼ਨ ਕੀ ਬਣ ਜਾਂਦੀ ਹੈ, ਐਚ ਨਿਊ ਇਜ਼ ਇਕੁਅਲ ਟੂ ਫਾਈ ਨੋਟ ਪਲਸ ਕਿੰਨਾ ਬੇਟੇ, ਈਵੀ ਨੋਟ। ਠੀਕ ਹੈ, ਇਹ ਵੀ ਆਇਨਸਟਾਈਨ ਦੀ ਇਕੁਏਸ਼ਨ ਹੈ, ਇਹ ਵੀ ਆਇਨਸਟਾਈਨ ਦੀ ਇਕੁਏਸ਼ਨ ਹੈ। ਅਗਲੀ ਗੱਲ ਇਹ ਹੈ ਕਿ ਜੇਕਰ ਤੁਹਾਡੇ ਵੱਲੋਂ ਇਨਸੀਡੈਂਟ ਕੀਤਾ ਗਿਆ ਫੋਟੋਨ ਜਿਹਦੀ એનર્ਜੀ ਇੰਨੀ ਹੈ ਤੇ ਜਿਹਦੀ ਫ੍ਰੀਕੁਐਂਸੀ ਇੰਨੀ ਹੈ, ਬਾਈ ਚਾਂਸ ਤੁਸੀਂ ਕੀ ਕੀਤਾ ਕਿ ਜਿਹੜੀ એનર્ਜੀ ਉਹਨੂੰ ਦਿੱਤੀ ਹੈ, ਜਿਹੜੀ એનર્ਜੀ ਤੁਸੀਂ ਦਿੱਤੀ ਹੈ ਉਹ ਸਫੀਸ਼ੀਐਂਟ ਇੰਨੀ ਕੀ ਹੈ ਕਿ ਤੁਸੀਂ ਸਿਰਫ ਉਹਦੀ ਕਾਇਨੈਟਿਕ એનર્ਜੀ ਜ਼ੀਰੋ ਰਹਿੰਦੀ ਹੈ, ਯਾਨੀ ਕਿ ਜਸਟ ਉਹ ਇਲੈਕਟ੍ਰੋਨ ਨੂੰ ਇਜੈਕਟ ਕਰ ਪਾਉਂਦੀ ਹੈ। ਇਦਾਂ ਦੀ ਫ੍ਰੀਕੁਐਂਸੀ ਜਿਹਦੇ ਨਾਲ ਸਿਰਫ ਉਹ ਇਜੈਕਟ ਹੀ ਹੁੰਦਾ, ਉਹਨੂੰ ਅਸੀਂ ਉਹਦੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਕਹਿੰਦੇ ਹਾਂ। ਯਾਨੀ ਕਿ ਜਦੋਂ ਨਿਊ ਨੋਟ ਦੇ ਬਰਾਬਰ ਹੋ ਗਿਆ, ਯਾਨੀ ਕਿ ਜਦੋਂ ਤੁਹਾਡੇ ਵੱਲੋਂ ਇਨਸੀਡੈਂਟ ਫੋਟੋਨ ਦੀ ਫ੍ਰੀਕੁਐਂਸੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਦੇ ਬਰਾਬਰ ਹੈ ਤਾਂ ਉਦੋਂ ਤੁਹਾਡੀ ਜਿਹੜੀ ਕਾਇਨੈਟਿਕ એનર્ਜੀ ਹੈ ਉਹ ਹੋਣੀ ਨਹੀਂ ਹੈਗੀ, ਯਾਨੀ ਕਿ ਇਲੈਕਟ੍ਰੋਨ ਜਸਟ ਇਜੈਕਟ ਹੋਇਆ। ਤਾਂ ਇਨ ਦੈਟ ਕੇਸ ਇਹ ਕੀ ਬਣ ਜਾਣਾ ਸੀ, ਐਚ ਨਿਊ ਦੀ ਜਗ੍ਹਾ ਤੇ ਕੀ ਭਰ ਦੋਗੇ, ਨਿਊ ਨੋਟ ਇਜ਼ ਇਕੁਅਲ ਟੂ ਕਿੰਨਾ, ਫਾਈ ਨੋਟ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਰਕ ਫੰਕਸ਼ਨ ਹੈ, ਵਰਕ ਫੰਕਸ਼ਨ ਦੇ ਕੋਰਸਪੋਂਡਿੰਗ ਜਿਹੜੀ એનર્ਜੀ ਹੁੰਦੀ ਹੈ ਉਸ ਦੇ ਕੋਰਸਪੋਂਡਿੰਗ ਜਿਹੜੀ ਫ੍ਰੀਕੁਐਂਸੀ ਹੁੰਦੀ ਹੈ ਉਹਨੂੰ ਅਸੀਂ ਥ੍ਰੈਸ਼ਹੋਲਡ ਫ੍ਰੀਕੁਐਂਸੀ ਕਹਿੰਦੇ ਹਾਂ। ਸੋ ਸਮਝ ਗਏ ਗੱਲ ਨੂੰ, ਇਜ਼ ਇਟ ਓਕੇ। ਅਗਲੀ ਗੱਲ ਹੈ, ਯਾਨੀ ਕਿ ਇਹ ਉਹ ਮਿਨੀਮਮ ਫ੍ਰੀਕੁਐਂਸੀ ਹੈ, ਯਾਨੀ ਕਿ ਇਹ ਉਨੀ ਮਿਨੀਮਮ એનર્ਜੀ ਬਣੀ ਜਿੰਨੀ ਤੁਹਾਨੂੰ ਦੇਣੀ ਪਏਗੀ ਸੋ ਦੈਟ ਕਿ ਇਲੈਕਟ੍ਰੋਨ ਜਸਟ ਇਜੈਕਟ ਹੋਵੇ। ਤਾਂ ਤੁਹਾਡੀ ਇਹ ਇਕੁਏਸ਼ਨ ਕੀ ਬਣ ਗਈ ਬੇਟੇ, ਇਹਨੂੰ ਤੁਸੀਂ ਲਿਖ ਲੈਣਾ ਸਾਰਿਆਂ ਨੇ। ਉਹ ਕਿੱਦਾਂ ਦੀ ਬਣ ਗਈ, ਐਚ ਨਿਊ ਇਜ਼ ਇਕੁਅਲ ਟੂ ਐਚ ਨਿਊ ਨੋਟ ਪਲਸ ਹਾਫ ਐਮ ਵੀ ਮੈਕਸ ਦਾ ਸਕੁਆਇਰ, ਔਰ ਤੁਸੀਂ ਇਹਨੂੰ ਇਦਾਂ ਵੀ ਕਹਿ ਸਕਦੇ ਐਚ ਨਿਊ ਇਜ਼ ਇਕੁਅਲ ਟੂ ਐਚ ਨਿਊ ਨੋਟ ਪਲਸ ਈ ਵੀ ਨੋਟ। ਐਂਡ ਤੀਜੀ ਗੱਲ ਕੀ ਹੈ ਕਿ ਹਾਫ ਐਮ ਵੀ ਮੈਕਸ ਦਾ ਸਕੁਆਇਰ ਕਿਹਦੇ ਬਰਾਬਰ ਹੁੰਦਾ ਬੇਟੇ, ਉਹ ਈ ਵੀ ਨੋਟ ਦੇ ਬਰਾਬਰ ਹੁੰਦਾ। ਇੰਨੀਆਂ ਗੱਲਾਂ ਨੂੰ ਕਹਿੰਦੇ ਹੋਏ ਆਪਾਂ ਅੱਗੇ ਤੁਰਦੇ ਹਾਂ। ਜਿਹੜਾ ਹੁਣ ਆਇਨਸਟਾਈਨ ਇਹ ਗੱਲ ਸਮਝਾਉਂਦਾ ਹੈ ਕਿ ਤੁਹਾਨੂੰ ਪੱਕੀ ਗੱਲ ਹੈ ਕਿ ਤੁਹਾਡੀ ਜਿਹੜੀ ਇੰਟੈਂਸਿਟੀ ਹੈ ਹਨਾ, ਉਹ ਜਿਹੜੀ ਇੰਟੈਂਸਿਟੀ ਹੈ, ਜਿਹੜਾ ਫੋਟੋ ਇਲੈਕਟ੍ਰੋਨ ਦਾ ਇਜੈਕਟ ਹੋਣਾ, ਉਹ ਇੰਟੈਂਸਿਟੀ ਤੇ ਡਿਪੈਂਡ ਕਰਦਾ ਹੈ ਕਿ ਜਿੰਨੇ ਜ਼ਿਆਦਾ ਇੰਟੈਂਸਿਟੀ ਹੋਏਗੀ ਲਾਈਟ ਦੀ ਉਨੇ ਜ਼ਿਆਦਾ ਫੋਟੋ ਇਲੈਕਟ੍ਰੋਨਸ ਇਜੈਕਟ ਹੋਣਗੇ। ਇਹਦਾ ਮਤਲਬ ਹੈ ਉਨਾ ਜ਼ਿਆਦਾ ਫੋਟੋ ਇਲੈਕਟ੍ਰਿਕ ਕਰੰਟ ਹੋਊਗਾ। ਸੋ ਇਹ ਪਹਿਲਾ ਹੈ। ਉਹਦੇ ਚ ਆਇਨਸਟਾਈਨ ਇਹ ਕਹਿੰਦਾ ਕਿ ਤੁਸੀਂ ਮੰਨ ਲਓ ਕਿ ਲਾਈਟ ਕਾਹਦੀ ਬਣੀ ਹੋਈ ਹੈ, ਛੋਟੇ ਛੋਟੇ ਪਾਰਟੀਕਲਸ, ਜਿਹਨੂੰ ਅਸੀਂ ਕੀ ਕਹਿੰਦੇ, ਫੋਟੋਨਸ। ਫੋਟੋਨ ਟਰਮ ਜਿਹੜੀ ਹੈ ਇਹ ਐਕਚੁਅਲੀ ਪਲੈਂਕ ਨੇ ਦਿੱਤੀ ਸੀ ਤੇ ਆਇਨਸਟਾਈਨ ਨੇ ਇਹਨੂੰ ਯੂਜ਼ ਕੀਤਾ। ਉਹ ਕਹਿੰਦਾ ਕਿ ਇੱਕ ਫੋਟੋਨ ਜਾ ਕੇ ਇੱਕ ਇਲੈਕਟ੍ਰੋਨ ਨੂੰ ਇਜੈਕਟ ਕਰ ਦਿੰਦਾ ਹੈ। ਠੀਕ ਹੈ,
ਤਾਂ ਇਹਦਾ ਮਤਲਬ ਜਿੰਨੇ ਫੋਟੋਨਸ ਵਧਾਓਗੇ ਯਾਨੀ ਕਿ ਜਿੰਨੀ ਇੰਟੈਂਸਿਟੀ ਵਧਾਓਗੇ ਉਨੇ ਫੋਟੋ ਇਲੈਕਟ੍ਰੋਨਸ ਵਧਣਗੇ ਇਜੈਕਟ ਹੋਏ, ਰਾਈਟ? ਸਮਝਦੇ ਹੋ? ਦੂਜੀ ਗੱਲ ਇਹ ਹੈ, ਦੂਜਾ ਇਹ ਕਹਿੰਦਾ ਕਿ ਤੁਹਾਨੂੰ ਘੱਟੋ ਘੱਟ ਇੱਕ ਮਿਨੀਮਮ ਫ੍ਰੀਕੁਐਂਸੀ ਦੇਣੀ ਪਏਗੀ। ਜੇਕਰ ਤੁਹਾਡੀ ਫ੍ਰੀਕੁਐਂਸੀ ਉਸ ਮਿਨੀਮਮ ਫ੍ਰੀਕੁਐਂਸੀ ਤੋਂ ਘੱਟ ਇਹਦਾ ਐਮਿਸ਼ਨ ਨਹੀਂ ਹੋਣਾ, ਉਹ ਇਸ ਇਕੁਏਸ਼ਨ ਤੋਂ ਕਲੀਅਰ ਹੁੰਦਾ। ਧਿਆਨ ਨਾਲ ਦੇਖੋ, ਜੇਕਰ ਮੈਂ ਇਹਨੂੰ ਇੱਧਰ ਲੈ ਆਵਾਂ ਤਾਂ ਐਚ ਨਿਊ ਮਾਈਨਸ ਐਚ ਨਿਊ ਨੋਟ ਇਜ਼ ਇਕੁਅਲ ਟੂ ਕਿੰਨਾ ਰਹਿ ਜਾਏਗਾ, ਹਾਫ ਐਮ ਵੀ ਮੈਕਸ ਦਾ ਸਕੁਏਅਰ। ਜੇ ਮੈਂ ਐਚ ਕਾਮਨ ਕਰ ਲਾਂ ਤੇ ਨਿਊ ਮਾਈਨਸ ਨਿਊ ਨੋਟ ਆਹ ਲਿਖਦਾ। ਹੁਣ ਕੁਆਇਟ ਓਬਵੀਅਸ ਹੈ ਕਿ ਜੇ ਤੁਹਾਡੇ ਵੱਲੋਂ ਇਨਸੀਡੈਂਟ ਫ੍ਰੀਕੁਐਂਸੀ ਘੱਟ ਹੈ, ਤੁਹਾਡੇ ਵੱਲੋਂ ਇਨਸੀਡੈਂਟ ਫ੍ਰੀਕੁਐਂਸੀ ਥ੍ਰੈਸ਼ਹੋਲਡ ਨਾਲੋਂ ਘੱਟ ਹੈ ਤੇ ਆਨਸਰ ਨੈਗੇਟਿਵ ਹੋਣਾ। ਜੇ ਇਹ ਆਨਸਰ ਨੈਗੇਟਿਵ ਆਇਆ ਤੇ ਕਾਇਨੈਟਿਕ એનર્ਜੀ ਨੈਗੇਟਿਵ ਆਏਗੀ। ਜੇ ਕਾਇਨੈਟਿਕ એનર્ਜੀ ਨੈਗੇਟਿਵ ਆਈ, ਜਿਹੜੀ ਕਿ ਅਬਸਰਡ ਗੱਲ ਹੈ, ਕਾਇਨੈਟਿਕ એનર્ਜੀ ਨੈਗੇਟਿਵ ਨਹੀਂ ਹੋ ਸਕਦੀ। ਇਹਦਾ ਮਤਲਬ ਹੈ ਕਿ ਤੁਹਾਡੀ ਜੇ ਫ੍ਰੀਕੁਐਂਸੀ ਇਨਸੀਡੈਂਟ ਰੇਡੀਏਸ਼ਨ ਦੀ ਫ੍ਰੀਕੁਐਂਸੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਤੋਂ ਘੱਟ ਹੈ ਤਾਂ ਐਮਿਸ਼ਨ ਨਹੀਂ ਹੋਣਾ। ਇਜ਼ ਦੈਟ ਓਕੇ? ਅਗਲੀ ਗੱਲ ਆਇਨਸਟਾਈਨ ਨੇ ਕਹੀ, ਕਿਉਂਕਿ ਆਪਾਂ ਇੱਕ ਪਾਰਟੀਕਲ ਨੇਚਰ ਦਾ ਮੰਨਿਆ, ਇਸ ਕਰਕੇ ਇੱਕ ਇਨਸਟੈਂਟੇਨੀਅਸ ਪ੍ਰੋਸੈਸ ਹੈ। ਤੁਸੀਂ ਲਾਈਟ ਨੂੰ ਜਿੱਦਾਂ ਹੀ ਪਾ ਰਹੇ ਹੋ, ਨਾਲ ਦੀ ਨਾਲ ਵਿਦ ਨੋ ਟਾਈਮ ਲੈਗ, ਯਾਨੀ ਕਿ 1 ਨੈਨੋ ਸੈਕਿੰਡ ਦਾ ਟਾਈਮ ਲੈਗ ਦੇ ਬਾਅਦ ਹੀ ਇੱਕ ਇਲੈਕਟ੍ਰੋਨ ਉੱਥੋਂ ਇਜੈਕਟ ਹੋ ਰਿਹਾ। ਠੀਕ ਹੈ? ਅਗਲੀ ਗੱਲ, ਜਿੰਨੀ ਜ਼ਿਆਦਾ ਤੁਸੀਂ ਫ੍ਰੀਕੁਐਂਸੀ ਪਾਓਗੇ ਰੇਡੀਏਸ਼ਨ ਦੀ, ਉਨੀ ਜਿੰਨਾ ਇਹ ਵਧੇਗਾ ਉਵੇਂ ਉਵੇਂ ਤੁਹਾਡੀ ਕਾਇਨੈਟਿਕ એનર્ਜੀ ਕੀ ਕਰਦੀ ਜਾਏਗੀ, ਵੱਧਦੀ ਜਾਏਗੀ। ਸੋ ਇਹ ਇਹਦਾ ਫੰਕਸ਼ਨ ਹੈ, ਯਾਨੀ ਕਿ ਕਾਇਨੈਟਿਕ એનર્ਜੀ ਜਿਹੜੀ ਹੈ ਉਹ ਇੰਟੈਂਸਿਟੀ ਤੇ ਡਿਪੈਂਡ ਬਿਲਕੁਲ ਨਹੀਂ ਕਰਦੀ। ਕਾਹਦੇ ਤੇ ਡਿਪੈਂਡ ਕਰਦੀ ਹੈ? ਫ੍ਰੀਕੁਐਂਸੀ ਤੇ ਡਿਪੈਂਡ ਕਰਦੀ ਹੈ। ਤੋ ਇੰਨੀ ਗੱਲ ਕਰਦੇ ਹੋਏ ਆਪਾਂ ਗ੍ਰਾਫਸ ਪੜ੍ਹੇ ਸੀ, ਕੁਝ ਗ੍ਰਾਫ ਆਪਾਂ ਅੱਜ ਖਤਮ ਕਰਨੇ ਬੇਟੇ, ਜਿਹਦੇ ਵਿੱਚੋਂ ਪਹਿਲਾ ਗ੍ਰਾਫ ਕੀ ਹੈ ਉਹ ਦੇਖੋ। ਸੋ ਪਹਿਲਾ ਗ੍ਰਾਫ ਆਪਣਾ ਕੀ ਕਹਿੰਦਾ ਹੈ? ਉਹ ਇਹ ਕਹਿੰਦਾ ਹੈ ਕਿ ਦੇਖੋ ਤੁਸੀਂ ਗ੍ਰਾਫ ਬਣਾਓ ਬਿਟਵੀਨ ਸਟੋਪਿੰਗ ਪੋਟੈਂਸ਼ੀਅਲ ਐਂਡ ਫ੍ਰੀਕੁਐਂਸੀ। ਸੋ ਟੌਪਿਕ ਕੀ ਹੈ ਕਿ ਵੀ ਨੋਟ ਐਂਡ ਫ੍ਰੀਕੁਐਂਸੀ ਦੇ ਵਿਚਕਾਰ ਗ੍ਰਾਫ ਬਣਾਓ, ਰਾਈਟ? ਇੱਕ ਪਾਸੇ ਸਟੋਪਿੰਗ ਪੋਟੈਂਸ਼ੀਅਲ ਤੇ ਦੂਜੇ ਪਾਸੇ ਕਿਹਨੂੰ ਗ੍ਰਾਫ ਰੱਖੋਗੇ? ਫ੍ਰੀਕੁਐਂਸੀ ਨੂੰ। ਤਾਂ ਇਹਨੂੰ ਬਣਾਉਣ ਦੇ ਲਈ ਮੈਂ ਇਹਦੀ ਇੱਕ ਇਕੁਏਸ਼ਨ ਲਿਖਦਾ ਬੇਟੇ। ਮੈਨੂੰ ਪਤਾ ਹੈ ਕਿ ਹੁਣੇ ਆਪਾਂ ਕਰਕੇ ਹਟੇ ਕਿ ਐਚ ਨਿਊ ਮਾਈਨਸ ਨਿਊ ਨੋਟ ਇਜ਼ ਇਕੁਅਲ ਟੂ ਹਾਫ ਐਮ ਵੀ ਸਕੁਏਅਰ ਸੀ, ਜਾਂ ਤੁਸੀਂ ਉਹਨੂੰ ਈ ਵੀ ਨੋਟ ਵੀ ਕਹਿ ਸਕਦੇ ਹੋ। ਜੇ ਮੈਂ ਇਹਨੂੰ ਇਦਾਂ ਲਿਖ ਲਾਂ ਪੁੱਤਰੋ ਕਿ ਇਥੋਂ ਨਿਊ ਮਾਈਨਸ ਨਿਊ ਨੋਟ ਜਿਹੜਾ ਹੈ, ਜਾਂ ਇਥੋਂ ਇਹ ਵੀ ਨੋਟ ਕਿੰਨੇ ਬਰਾਬਰ ਆ ਗਿਆ ਬੇਟੇ? ਵੀ ਨੋਟ ਬਰਾਬਰ ਆ ਗਿਆ, ਇਸ ਈ ਨੂੰ ਨੀਚੇ ਲਿਆਓ ਤਾਂ ਆ ਗਿਆ ਐਚ ਬਾਈ ਈ ਟਾਈਮਸ ਨਿਊ ਮਾਈਨਸ ਨਿਊ ਨੋਟ। ਇਹਨੂੰ ਅੰਦਰ ਲੈ ਜਾਓ ਤਾਂ ਕਿੰਨਾ ਬਣ ਗਿਆ? ਐਚ ਨਿਊ ਬਾਈ ਈ ਮਾਈਨਸ ਕਿੰਨਾ? ਐਚ ਨਿਊ ਨੋਟ ਬਾਈ ਈ। ਜੇ ਤੁਸੀਂ ਮੈਨੂੰ ਇਹ ਸਮਝ ਸਕੋ ਕਿ ਆਹ ਚੀਜ਼ ਕੌਣ ਐਕਚੁਅਲੀ ਤੁਹਾਡਾ ਵਰਕ ਫੰਕਸ਼ਨ ਹੈ, ਤਾਂ ਇਹ ਬਣ ਗਿਆ ਵੀ ਨੋਟ ਇਜ਼ ਇਕੁਅਲ ਟੂ ਐਚ ਬਾਈ ਈ ਇੰਟੂ ਕਿੰਨਾ? ਨਿਊ, ਤੇ ਮਾਈਨਸ ਆਹ ਕੌਣ ਹੈ? ਫਾਈ ਨੋਟ ਡਿਵਾਈਡਡ ਬਾਈ ਈ। ਹੁਣ ਜਿਹੜੇ ਬੱਚੇ ਤਾਂ ਹੈਗੇ ਨਾਨ ਮੈਡੀਕਲ ਦੇ, ਉਹਨਾਂ ਨੂੰ ਤਾਂ ਇੱਕ ਚੀਜ਼ ਆਉਣੀ ਚਾਹੀਦੀ ਹੈ। ਜਿਹੜੇ ਬੱਚੇ ਮੈਡੀਕਲ ਦੇ ਨੇ ਉਹਨਾਂ ਦੇ ਲਈ ਹੋ ਸਕਦਾ ਹੈ ਕਿ ਨਵੀਂ ਗੱਲ ਹੋਵੇ ਕਿ ਮੈਂ ਇਹਦੇ ਤੋਂ ਗ੍ਰਾਫ ਬਣਾ ਸਕਦਾ। ਕਿਵੇਂ? ਤੁਹਾਨੂੰ ਮੈਂ ਇੱਕ ਇਕੁਏਸ਼ਨ ਲਿਖ ਕੇ ਦਿੰਦਾ, ਤੁਸੀਂ ਇਹਨੂੰ ਯਾਦ ਰੱਖ ਲਓ ਸਾਰੇ ਬੱਚੇ ਕਿ y ਇਜ਼ ਇਕੁਅਲ ਟੂ mx ਪਲੱਸ c। ਜੇ ਇਦਾਂ ਦੀ ਟਰਮ ਹੋਵੇ, ਇਦਾਂ ਦੀ ਇਕੁਏਸ਼ਨ ਹੋਵੇ ਤਾਂ ਅਸੀਂ ਇਹਨੂੰ ਕਹਿੰਦੇ ਲਾਈਨ ਦੀ ਇਕੁਏਸ਼ਨ ਹੈ, ਜਦੋਂ ਵੀ ਇਦਾਂ ਦਾ ਲਿਖਿਆ ਹੋਵੇ। ਕਿਉਂਕਿ ਪਾਵਰ 1 ਇਹ ਗ੍ਰਾਫ ਤਾਂ ਪੱਕਾ ਲਾਈਨ ਹੀ ਬਣਨਾ ਹੈ। ਜਿਹੜਾ x ਦੇ ਨਾਲ ਅੱਗੇ ਲੱਗਾ ਹੁੰਦਾ ਇਹਨੂੰ ਅਸੀਂ ਬੋਲਦੇ ਕਿ ਇਹਦੀ ਕੀ ਹੈ? ਸਲੋਪ। ਤੇ ਜਿਹੜਾ ਆਹ ਲੱਗਾ ਹੁੰਦਾ ਇਹਨੂੰ ਬੋਲਦੇ ਆ y ਇੰਟਰਸੈਪਟ। ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਜੇ ਤੁਸੀਂ ਇਧਰਲੇ ਪਾਸੇ ਨੂੰ x ਰੱਖ ਲਓ, ਇਧਰ ਨੂੰ y ਰੱਖ ਲਓ ਬੇਟੇ, ਤੇ ਜੇ ਤੁਸੀਂ ਇਹਨੂੰ ਨੀਚੇ ਵਧਾ ਦਿਓ ਤਾਂ ਤੁਸੀਂ ਜਦੋਂ ਇਹਦਾ ਗ੍ਰਾਫ ਬਣਾਉਣ ਲੱਗੋਗੇ ਤਾਂ ਇਹ m ਕੀ ਹੈ? ਸਲੋਪ। ਸਲੋਪ ਦਾ ਮਤਲਬ ਹੁੰਦਾ ਟੈਨ ਥੀਟਾ, ਯਾਨੀ ਕਿ ਤੁਹਾਡੀ ਲਾਈਨ ਜਿਹੜੀ ਹੈ x ਐਕਸਿਸ ਨਾਲ ਕਿੰਨੇ ਐਂਗਲ ਤੇ ਜਾਏਗੀ, ਐ ਕਹਿ ਲਓ। ਠੀਕ ਹੈ? ਮੰਨ ਲਓ ਕਿ ਉਹ ਐਂਗਲ ਕੁਝ ਵੀ ਹੈ, 30 40 50 ਜਿੰਨਾ ਵੀ ਹੋ ਸਕਦਾ ਹੈ, ਤੇ ਇਹ y ਇੰਟਰਸੈਪਟ ਹੈ। y ਇੰਟਰਸੈਪਟ ਦਾ ਮਤਲਬ ਹੈ ਤੁਹਾਡੀ ਲਾਈਨ ਨੇ y ਐਕਸਿਸ ਨੂੰ ਕਿੱਥੇ ਮਿਲ ਕੇ ਜਾਣਾ। ਮੰਨ ਲਓ ਆਹ c ਹੈ ਬੇਟੇ, ਇੰਨਾ c ਹੈ। ਇਹਦਾ ਮਤਲਬ ਇਹ ਸਲੋਪ ਕਿਹੜੀ ਹੈ? 30 ਡਿਗਰੀ ਜਾਂ 40 ਜਾਂ 60 ਜਿੰਨਾ ਮਰਜ਼ੀ ਲੈ ਲਓ, ਤੇ ਆਹ ਬਣ ਗਈ। ਮਤਲਬ ਜੇ ਤੁਹਾਨੂੰ ਐਂਗਲ ਪਤਾ ਹੈ, ਇੱਥੋਂ ਤੁਹਾਨੂੰ ਐਂਗਲ ਮਿਲ ਸਕਦਾ, ਐਂਡ ਇੱਥੋਂ ਕੀ ਮਿਲ ਸਕਦਾ ਵੀ ਉਹ ਲਾਈਨ ਕੱਟੇਗੀ ਕਿੱਥੇ ਜਾ ਕੇ। ਸੋ ਇਹ ਸਲੋਪ ਦੱਸਦੀ ਹੈ ਝੁਕਾਅ। ਜਦੋਂ ਇਦਾਂ ਦੀ ਫਾਰਮ ਹੋਵੇ ਤਾਂ ਇਹ ਲਾਈਨ ਹੈ, ਬਸ ਇਹਨੂੰ ਇਦਾਂ ਯਾਦ ਰੱਖ ਲਓ। ਹੁਣ ਕਿਉਂਕਿ ਮੇਰੇ ਕੁਐਸਚਨ ਦੇ ਵਿੱਚ ਕੀ, ਮੈਂ ਇੱਥੇ ਵੇਖਿਓ ਜੀ, ਮੈਂ ਜੇਕਰ ਇਧਰਲੇ ਪਾਸੇ ਨੂੰ ਵੀ ਨੋਟ ਸ਼ੋ ਕਰਾਂ, ਹਨਾ, ਇੱਕ ਤਰੀਕੇ ਦੀ ਤੁਹਾਡੀ ਇਹ y ਬਣ ਗਈ ਇਜ਼ ਇਕੁਅਲ ਟੂ, ਇਧਰਲੇ ਪਾਸੇ ਆ ਜਾਓ, ਇਧਰ ਨੂੰ ਮੈਂ ਲੈ ਲਿਆ ਫ੍ਰੀਕੁਐਂਸੀ, ਆ ਵੀ ਤੁਹਾਡੀ x, ਆਹ ਤੁਹਾਡਾ ਪਿਆ y। ਜੇ ਮੈਂ ਧਿਆਨ ਨਾਲ ਦੇਖਾਂ, ਆਹ ਮੇਰੇ ਕੋਲ ਪਿਆ y, ਆਹ ਮੇਰੇ ਕੋਲ ਪਿਆ x, ਤੇ ਆਹ ਸਾਰਾ ਮੇਰੇ ਕੋਲ ਕੀ ਬੈਠਾ ਬੇਟੇ? c। ਆਹ ਪੱਕਾ ਫਿਰ ਜਿਹੜਾ ਆਹ ਬੈਠਾ ਇਹ ਕੌਣ ਹੈ? m ਹੈ। ਤੇ ਬਣ ਗਿਆ ਨਾ y ਇਜ਼ ਇਕੁਅਲ ਟੂ mx ਪਲੱਸ c। ਇਹਦਾ ਮਤਲਬ ਹੈ ਕਿ ਤੁਹਾਡੇ ਜਿਹੜਾ ਇਹਦਾ ਗ੍ਰਾਫ ਹੈ ਉਹ ਇੱਕ ਲਾਈਨ ਬਣਨਾ ਹੈ, ਪਹਿਲੀ ਗੱਲ।
दूजी गल है लाइन ग्राफ ही किदां दा बनना है, जे ध्यान नाल इहनूं नोट करो, चाहे इहनूं ले लो चाहे इहनूं ले लो बेटे। जेकर मैं इहदे तो ग्राफ अपलोड करना चाहना तो मैनूं ये पता लगदा पिया कि जिहड़ी स्लोप है वो कितनी h/e है ना। हुण तुहानूं ये भी याद होना चाहिए कि जिहड़ा h है वो प्लैंक्स कांस्टेंट दी वैल्यू 6.63 इंटू 10⁻34 हुंदी है। हुण जे मान लो तुहानूं कोई पुछे कि यूनिट्स की ने पिछे जिहड़े आउणगे, तुहानूं पता है कि E बराबर हुंदा है h न्यू दे। तुहानूं पता है कि ये h किन्ने बराबर हो गया फिर E/न्यू दे, एंड E दे यूनिट्स की हुंदे जाउल, ते नीचे वाले दे यूनिट्स की ने बेटे इहदे यूनिट्स ने पर सेकंड ऊपर जाके की बन जाएगा सेकंड, सो ये किन्ने बन जाएगी जाउल सेकंड, सो इहदे यूनिट होणगे जाउल सेकंड। तो h ये है, E की वैल्यू तुहानूं सारिआं नूं पता है किन्नी हुंदी है 1.6 इंटू 10⁻⁻19 इन्ने की कूलम। सो जो तुसीं इन्हां दोनों नूं डिवाइड करोगे यू विल गेट द स्लोप ऑफ दिस ग्राफ, एंड ग्राफ किदां दा बनने वाला स्ट्रेट लाइन। हुण मैनूं ये चाहिए भी बनावां कित्थे, नंबर एक ते तुहाडा ग्राफ वाई एक्सिस नूं कित्थे मिलदा जाके इस पॉइंट ते, ਇਹ ਨੈਗੇਟਿਵ ਵੈਲਿਊ ਹੈ ਤੇ ਮੈਂ ਇਹ ਮੰਨ ਲੈਣਾ ਕਿ ਉਹ ਆਹ ਹੈ ਬੇਟੇ ਕਿੰਨੀ ਮਾਈਨਸ ਦਾ h ਨਿਊ ਨੋਟ ਬਾਈ ਕਿੰਨਾ e ਹੈ ਨੈਗੇਟਿਵ ਇੰਟਰਸੈਪਟ ਇਹਦਾ। ਦੂਜੀ ਗੱਲ ਆਪਾਂ ਨੂੰ ਇਹ ਪਤਾ ਲੱਗਦੀ ਹੈ ਕਿ ਜੇਕਰ ਮੈਂ ਇੱਥੇ ਨਿਊ ਨੂੰ ਨਿਊ ਨੋਟ ਭਰ ਦੇਵਾਂ, ਧਿਆਨ ਨਾਲ ਦੇਖਿਓ ਇਹ ਮੇਰਾ ਰਫ ਵਰਕ ਇਹ ਵਾਲਾ, ਜੇ ਮੈਂ ਨਿਊ ਨੂੰ ਨਿਊ ਨੋਟ ਭਰ ਦੇਵਾਂ ਇੱਥੇ ਤਾਂ ਆਹ ਦੋਨੋਂ ਸੇਮ ਹੋ ਜਾਣਗੇ, ਯਾਨੀ ਕਿ ਜਿਹੜੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਹੈ ਜਦੋਂ ਤੁਹਾਡੀ ਇਨਸੀਡੈਂਟ ਫ੍ਰੀਕੁਐਂਸੀ ਉਹਦੇ ਬਰਾਬਰ ਹੋਏਗੀ, ਜਦੋਂ ਇੱਥੇ ਭਰਾ ਤੇ ਤੁਹਾਡਾ ਸਟੋਪਿੰਗ ਪੋਟੈਂਸ਼ੀਅਲ ਕਿੰਨਾ ਆਏਗਾ 0। ਹੁਣ ਇਹਨੂੰ ਦਿਮਾਗ ਵੀ ਲਾਓਗੇ, ਠੀਕ ਨਹੀਂ ਗੱਲ ਇਹ, ਆਹ ਦੋ ਗੱਲਾਂ ਕੀਤੀਆਂ, ਇਹ ਗੱਲ ਠੀਕ ਨਹੀਂ ਕਿ ਜਦੋਂ ਤੁਸੀਂ ਥ੍ਰੈਸ਼ਹੋਲਡ ਜਿੰਨੀ ਫ੍ਰੀਕੁਐਂਸੀ ਇਨਸੀਡੈਂਟ ਕਰੋਗੇ ਤਾਂ ਉਨੀ ਕੁ ਫ੍ਰੀਕੁਐਂਸੀ ਨਾਲ ਤਾਂ ਇਲੈਕਟ੍ਰੋਨ ਸਿਰਫ ਇਜੈਕਟ ਹੀ ਹੋਣਾ ਹੈ, ਕਾਇਨੈਟਿਕ એનર્ਜੀ ਤਾਂ ਮਿਲਣੀ ਨਹੀਂ। ਜੇ ਕਾਇਨੈਟਿਕ એનર્ਜੀ ਮਿਲਣੀ ਹੋਈ ਨਹੀਂ ਤਾਂ ਫਿਰ ਉਹਨੂੰ ਰੋਕਣ ਦਾ ਜਿਹੜਾ ਰੋਕਣ ਦੇ ਲਈ ਪੋਟੈਂਸ਼ੀਅਲ ਵੀ ਕਿੰਨਾ ਲਾਉਣਾ ਪਏਗਾ, 0 ਲਾਉਣਾ ਪਏਗਾ। ਸੋ ਇਹ ਉਹ ਆਇਆ। ਹੁਣ ਗ੍ਰਾਫ ਇਹਨਾਂ ਦੋ ਪੁਆਇੰਟਾਂ ਨੂੰ ਮਿਲਾ ਕੇ ਬਣਾਉਣਾ, ਇੱਥੇ ਡੋਟਡ ਬਣਾਈਓ ਬੇਟੇ, ਉਸ ਤੋਂ ਬਾਅਦ ਇਹ ਬਣਾ ਦਿਓ, ਠੀਕ ਹੈ। ਤਾਂ ਆਹ ਤੁਹਾਡਾ ਗ੍ਰਾਫ ਬਣ ਗਿਆ, ਬਣਿਆ ਸਟ੍ਰੇਟ ਲਾਈਨ। ਹੁਣ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਇਹ ਤੋਂ ਪਹਿਲਾਂ ਡੋਟਡ ਕਾਹ ਤੋਂ ਬਣਾਇਆ, ਸੋਲਿਡ ਕਿਉਂ ਨਹੀਂ ਬਣਾਇਆ, ਕਿਉਂਕਿ ਇਹ ਤੋਂ ਪਹਿਲਾਂ ਐਕਚੁਅਲੀ ਗ੍ਰਾਫ ਨੇ ਐਗਜ਼ਿਸਟ ਹੀ ਨਹੀਂ ਕਰਨਾ। ਕਿਉਂ ਨਹੀਂ ਕਰਨਾ? ਕਿਉਂਕਿ ਥ੍ਰੈਸ਼ਹੋਲਡ ਫ੍ਰੀਕੁਐਂਸੀ ਤੋਂ ਘੱਟ ਵਾਲੀ ਸਿਚੁਏਸ਼ਨ ਜਿਹੜੀ ਹੁੰਦੀ ਨਾ ਉੱਥੇ ਇਮਿਸ਼ਨ ਹੀ ਨਹੀਂ ਹੋ ਰਿਹਾ ਹੁੰਦਾ, ਇਹ ਤਾਂ ਸਿਰਫ ਗ੍ਰਾਫ ਨੂੰ ਗਾਈਡ ਕਰਨ ਵਾਸਤੇ ਬਣਿਆ, ਰਾਈਟ। ਤੇ ਇਹਦੀ ਸਲੋਪ ਕਿੰਨੀ ਹੈ h/e, ਠੀਕ ਹੈ। ਹੁਣ ਧਿਆਨ ਨਾਲ ਅਗਲੀ ਗੱਲ ਕੀ ਨੋਟ ਕਰਨੀ ਵਧੀਆ ਬੱਚਿਆਂ ਨੇ ਕਿ ਇਹ ਕੌਣ ਹੈ, ਇੱਕ ਕਾਂਸਟੈਂਟ ਹੈ, ਇਹ ਕੀ ਚੀਜ਼ ਹੈ, ਕਾਂਸਟੈਂਟ ਹੈ। ਇਹਦਾ ਮਤਲਬ ਇਹ ਹੈ ਕਿ ਜੇਕਰ ਮੈਂ ਅਲੱਗ-ਅਲੱਗ ਮਟੀਰੀਅਲਸ ਲੈ ਕੇ, ਅਲੱਗ-ਅਲੱਗ ਮਟੀਰੀਅਲ ਮਤਲਬ ਜਿਹੜਾ ਮੈਂ ਇਹ ਵਾਲਾ ਬਣਾਇਆ ਗ੍ਰਾਫ, ਇਹ ਹੋ ਸਕਦਾ ਮਤਲਬ ਲੋਹੇ ਲਈ ਬਣਾਇਆ ਹੋਵੇ, ਤਾਂ ਮੈਂ ਅਗਲਾ ਮਟੀਰੀਅਲ ਮੰਨ ਲਓ ਕਿ ਸੀਜ਼ੀਅਮ ਲੈ ਲਾਂ, ਫਿਰ ਮੈਂ ਸੋਡੀਅਮ ਲੈ ਲਾਂ, ਵਾਟਐਵਰ ਮੀਡੀਅਮ ਮਟੀਰੀਅਲ ਆਈ ਟੇਕ, ਮਟੀਰੀਅਲ ਮੈਟਰ ਨਹੀਂ ਕਰਦਾ, ਹਰ ਵਾਰ ਸਲੋਪ ਕਿੰਨੀ ਆਣੀ h/e, ਕਿਉਂਕਿ h ਕਾਂਸਟੈਂਟ ਹੈ, e ਕਾਂਸਟੈਂਟ ਹੈ, ਇਹਦਾ ਮਤਲਬ ਸਲੋਪ ਸੇਮ ਰਹਿਣੀ ਹੈ। ਯਾਨੀ ਕਿ ਅਲੱਗ-ਅਲੱਗ ਮਟੀਰੀਅਲ ਜਿਹੜੇ ਨੇ ਉਹਨਾਂ ਦੇ ਲਈ ਜਿਹੜਾ ਗ੍ਰਾਫ ਹੈ ਉਹ ਕੀ ਰਹੇਗਾ, ਸਲੋਪ ਸੇਮ ਦਾ ਮਤਲਬ ਪੈਰਲਲ ਰਹਿਣਗੇ। ਫਰਕ ਕਿਹਨੂੰ ਪਏਗਾ, ਬਸ ਸਟਾਰਟਿੰਗ ਪੁਆਇੰਟ ਨੂੰ ਫਰਕ ਪਏਗਾ। ਉਹ ਕਿਉਂ ਪਏਗਾ ਫਰਕ? ਕਿਉਂਕਿ ਹਰ ਇੱਕ ਮਟੀਰੀਅਲ ਦੀ ਜਿਹੜੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਉਹ ਕੀ ਹੁੰਦੀ ਹੈ, ਅਲੱਗ-ਅਲੱਗ ਹੁੰਦੀ ਹੈ, ਇਨਸੀਡੈਂਟ, ਸਮਝਦੇ ਹੋ? ਉਹ ਕਿਉਂ ਅਲੱਗ-ਅਲੱਗ ਹੁੰਦੀ ਹੈ? ਕਿਉਂਕਿ ਹਰ ਇੱਕ ਮਟੀਰੀਅਲ ਦਾ ਵਰਕ ਫੰਕਸ਼ਨ ਅਲੱਗ-ਅਲੱਗ ਹੈ। ਵਰਕ ਫੰਕਸ਼ਨ ਦਾ ਫਾਰਮੂਲਾ ਕੀ ਹੁੰਦਾ ਹੈ ਕਿ ਫਾਈ ਨੋਟ ਬਰਾਬਰ ਹੈ h ਨਿਊ ਨੋਟ। ਸੋ ਜਿੰਦਾ ਜਿਵੇਂ ਹੁਣ ਸੀਜ਼ੀਅਮ ਹੈ, ਜਿੰਦਾ ਇਹ ਸਭ ਤੋਂ ਘੱਟ ਹੈ ਹੁੰਦੀ ਇਹ ਵੀ ਸਭ ਤੋਂ ਘੱਟ ਹੈ। ਹੋ ਸਕਦਾ ਹੈ ਕਿ ਇਹ ਗ੍ਰਾਫ ਸੀਜ਼ੀਅਮ ਦਾ ਹੋਵੇ, ਜੇ ਤੋਂ ਪਹਿਲਾਂ ਕੋਈ ਗ੍ਰਾਫ ਨਹੀਂ ਬਣ ਸਕਦਾ, ਐਂਡ ਸੋ ਔਨ। ਸੋ ਤੁਸੀਂ ਕੀ ਯਾਦ ਰੱਖਣਾ ਕਿ ਅਲੱਗ-ਅਲੱਗ ਮਟੀਰੀਅਲ ਦਾ ਗ੍ਰਾਫ ਪੈਰਲਲ ਰਹਿਣਾ, ਕਿਉਂਕਿ ਸਲੋਪ ਕੀ ਰਹਿਣੀ ਹੈ, ਸੇਮ। ਆ ਵਾਈ ਇੰਟਰਸੈਪਟ ਹੈ ਨਾ, ਤਾਂ ਇਹ ਪਹਿਲਾ ਗ੍ਰਾਫ ਸੀ ਜਿਹੜਾ ਆਪਾਂ ਨੂੰ ਆਉਣਾ ਚਾਹੀਦਾ। ਅਗਲੇ ਗ੍ਰਾਫ ਵੱਲ ਚੱਲਾਂਗੇ। ਅਗਲਾ ਗ੍ਰਾਫ ਹੈਗਾ ਉਹ ਹੈਗਾ ਫ੍ਰੀਕੁਐਂਸੀ ਦਾ, ਮੈਕਸਿਮਮ ਕਾਇਨੈਟਿਕ એનર્ਜੀ ਦਾ ਤੇ ਫ੍ਰੀਕੁਐਂਸੀ ਦਾ, ਠੀਕ ਹੈ। ਮੈਂ ਇਹਨੂੰ ਅਰੇਂਜ ਕਰਦਾ ਬੇਟੇ। ਹੁਣ ਮੈਕਸਿਮਮ ਕਾਇਨੈਟਿਕ એનર્ਜੀ ਤੇ ਫ੍ਰੀਕੁਐਂਸੀ ਦਾ ਗ੍ਰਾਫ ਕਿੱਦਾਂ ਦਾ ਬਣੇਗਾ, ਧਿਆਨ ਨਾਲ ਦੇਖਿਓ। ਮੈਂ ਜੇ ਇਹ ਲਿਖਾਂ ਤਾਂ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਹੋਣੀ ਚਾਹੀਦੀ। ਆਪਾਂ ਹੁਣੇ ਜੇ ਕਰਕੇ ਹਟਿਆ ਕਿ ਉਹ ਆਹਾ ਹੁੰਦਾ, ਮੈਂ ਇਹਨੂੰ ਕਾਇਨੈਟਿਕ એનર્ਜੀ ਨੂੰ k ਹੀ ਲਿਖ ਲੈਣਾ, ਤੇ ਇਹ ਕਿੰਨੇ ਬਰਾਬਰ ਆ ਗਿਆ, h ਨਿਊ ਮਾਈਨਸ h ਨਿਊ ਨੋਟ, ਆਹ ਆ ਗਿਆ। ਹੁਣ ਇਹਦਾ ਗ੍ਰਾਫ ਕਿੱਦਾਂ ਦਾ ਬਣੇਗਾ? ਕਾਇਨੈਟਿਕ એનર્ਜੀ ਆਪਾਂ ਇੱਕ ਪਾਸੇ ਬਣਾਉਣੀ ਹੈ, ਇਹਨੂੰ ਮੈਕਸਿਮਮ ਲਿਖਦਾ, ਮੈਕਸਿਮਮ ਕਾਇਨੈਟਿਕ એનર્ਜੀ ਆਪਾਂ ਇੱਧਰ ਲਿਖਣੀ ਹੈ, ਤੇ ਇੱਧਰ ਨੂੰ ਆਪਾਂ ਕੀ ਲਿਖਣਾ ਹੈ, ਨਿਊ। ਧਿਆਨ ਨਾਲ ਦੇਖੋ, ਫਿਰ ਉਹੀ ਬਣ ਗਿਆ y ਇਜ਼ ਇਕੁਅਲ ਟੂ mx ਪਲੱਸ ਦਾ c। ਸੋ ਇਹਦਾ ਮਤਲਬ ਪੱਕੀ ਗੱਲ ਇਹ ਕਿ ਤੁਹਾਡੇ ਗ੍ਰਾਫ ਨੇ ਜਿਹੜਾ ਇਹ ਵਾਲਾ ਗ੍ਰਾਫ ਇਹਦਾ ਬਣਨਾ ਹੈ, ਉਹਨੇ ਸਟ੍ਰੇਟ ਲਾਈਨ ਬਣਨਾ, ਕਿਉਂਕਿ ਪਾਵਰ ਕੀ ਹੈ 1 1, ਹੈ ਨਾ। ਸੋ ਗ੍ਰਾਫ ਵਿਲ ਬੀ ਏ ਸਟ੍ਰੇਟ ਲਾਈਨ, ਇਹ ਤੁਸੀਂ ਲਿਖ ਦੇਣਾ, ਕਿਉਂਕਿ ਇਹਨੂੰ ਇਹ ਤੁਸੀਂ ਲਿਖਣਾ ਐਵੇਂ ਹੁੰਦਾ ਕਿ ਕੰਪੇਅਰਿੰਗ ਇਟ ਵਿਦ y ਇਜ਼ ਇਕੁਅਲ ਟੂ mx ਪਲੱਸ c। ਸੋ ਗ੍ਰਾਫ ਮਸਟ ਬੀ ਏ ਸਟ੍ਰੇਟ ਲਾਈਨ।
ਜਿੰਨੀ ਸਲੋਪ ਕਿੰਨੀ ਇਸ ਗ੍ਰਾਫ ਦੀ ਸਾਡੀ, ਉਹ ਹੈਗੀ h, ਤੇ y ਇੰਟਰਸੈਪਟ ਕਿੰਨਾ, y ਇੰਟਰਸੈਪਟ ਉਹ ਕਿੰਨਾ, ਉਹ ਆ ਬੈਠਾ ਮਾਈਨਸ ਦਾ h ਨਿਊ ਨੋਟ, ਇਹੀ ਤੁਹਾਡਾ ਕੌਣ ਹੁੰਦਾ ਫਾਈ ਨੋਟ। ਸੋ ਆ ਤੁਹਾਡਾ ਸਲੋਪ ਹੋ ਗਿਆ। ਹੁਣ ਅਗਲੀ ਗੱਲ ਹੈ ਕਿ ਕਿਉਂਕਿ ਸਲੋਪ ਫਿਕਸ ਹੈ h ਹੈ, ਤੇ ਮੈਂ ਕੀ ਕਰਾਂਗਾ ਕਿ ਸਲੋਪ ਫਿਕਸ ਹੈ, ਆਪਾਂ ਨੂੰ ਪਤਾ ਕਿੱਦਾਂ ਬਣਾਉਣਾ ਹੈ, ਗ੍ਰਾਫ ਵੀ ਸਟ੍ਰੇਟ ਲਾਈਨ ਬਣਨਾ ਹੈ, ਤੇ ਇੱਥੇ ਕਿੰਨੇ ਦੇ ਕੱਢਣਾ ਹੈ ਮਾਈਨਸ ਫਾਈ ਨੋਟ ਦੇ। ਹੁਣ ਦੂਜਾ ਪੁਆਇੰਟ ਲੈਣ ਲਈ ਮੈਂ ਤੁਹਾਨੂੰ ਇੱਕ ਮੈਥਡ ਸਿਖਾ ਰਿਹਾ ਕਿ ਤੁਸੀਂ ਹਰ ਵਾਰ ਇੱਕੋ ਹੀ ਕੰਮ ਕਰਦਿਆ ਕਰੋ। ਇੱਥੇ ਨਿਊ ਨੋਟ ਭਰ ਕੇ ਦੇਖੋ, ਜਦੋਂ ਤੁਸੀਂ ਥ੍ਰੈਸ਼ਹੋਲਡ ਫ੍ਰੀਕੁਐਂਸੀ ਦੇ ਬਰਾਬਰ ਭਰੋਗੇ ਅਗੇਨ ਤੁਹਾਡੀ ਕਾਈਨੈਟਿਕ ਐਨਰਜੀ ਕਿੰਨੀ ਆਏਗੀ, 0 ਆਏਗੀ, ਹੈ ਨਾ। ਸੋ ਗ੍ਰਾਫ ਕਿੱਦਾਂ ਦਾ ਬਣੇਗਾ, ਇਹ ਤੋਂ ਪਹਿਲਾਂ ਡੋਟਡ ਕਿਉਂ ਬਣਾਉਣਾ ਹੈ ਤੁਹਾਨੂੰ ਪਹਿਲੇ ਦੱਸ ਚੁੱਕਿਆ, ਕਿਉਂਕਿ ਇੱਥੇ ਕੋਈ ਮਿਸ਼ਨ ਨਹੀਂ ਹੋਇਆ, ਸੋ ਇਹ ਗ੍ਰਾਫ ਡਿਸਕਸ ਕਰਨਾ ਹੀ ਨਹੀਂ ਬੰਦਾ। ਇਹ ਤੋਂ ਬਾਅਦ ਗ੍ਰਾਫ ਕਿਵੇਂ ਦਾ ਬਣੇਗਾ, ਸਟ੍ਰੇਟ ਲਾਈਨ। ਲੇਕਿਨ ਕਿਉਂਕਿ ਸਲੋਪ ਫਿਰ ਫਿਕਸ ਆ ਗਈ ਹੈ, ਕਾਂਸਟੈਂਟ ਆ ਗਈ ਹੈ, ਇਹਨਾਂ ਮਤਲਬ ਅਲੱਗ-ਅਲੱਗ ਮਟੀਰੀਅਲਸ ਦਾ ਗ੍ਰਾਫ ਕੀ ਰਹੇਗਾ, ਪੈਰਲਲ ਰਹੇਗਾ, ਬਸ ਫਰਕ ਕਾਹਦਾ ਪੇ ਕਰੇਗਾ, ਵਰਕ ਫੰਕਸ਼ਨ, ਕਿਸੇ ਦਾ ਇੰਨਾ ਹੈ, ਕਿਸੇ ਹੋਰ ਮਟੀਰੀਅਲ ਦਾ ਅਲੱਗ ਹੋ ਜਾਏ ਕਰੇਗਾ। ਸੋ ਐਂਡ ਸੋ ਔਨ। ਆਈ ਹੋਪ ਕਿ ਤੁਹਾਨੂੰ ਇਹ ਗੱਲ ਕਲੀਅਰ ਹੈ। ਸੋ ਇਹ ਗ੍ਰਾਫ ਸੀ ਮੈਕਸਿਮਮ ਕਾਈਨੈਟਿਕ ਐਨਰਜੀ ਦਾ, ਕਿਹਦੇ ਨਾਲ ਬੇਟੇ, ਫ੍ਰੀਕੁਐਂਸੀ ਦੇ ਨਾਲ। ਹੁਣ ਅਗਲਾ ਜਿਹੜਾ ਗ੍ਰਾਫ ਦੇਖਾਂਗੇ ਉਹ ਹੈਗਾ ਫੋਟੋ ਇਲੈਕਟ੍ਰਿਕ ਕਰੰਟ ਐਂਡ ਫ੍ਰੀਕੁਐਂਸੀ ਦੇ ਵਿਚਕਾਰ ਕੀ ਗ੍ਰਾਫ ਬਣੇਗਾ, ਫੋਟੋ ਇਲੈਕਟ੍ਰਿਕ ਕਰੰਟ ਐਂਡ ਫ੍ਰੀਕੁਐਂਸੀ ਦੇ ਵਿਚਕਾਰ ਗ੍ਰਾਫ। ਸੋ ਇਹ ਕਿੱਦਾਂ ਦਾ ਬਣੇਗਾ, ਇਹ ਦੇਖਦੇ ਹਾਂ। ਹੁਣ ਦੇਖੋ ਆਪਾਂ ਇਧਰਲੇ ਪਾਸੇ ਕਰੰਟ ਬਣਾਉਣੇ ਆ, ਇਧਰਲੇ ਪਾਸੇ ਨੂੰ ਫ੍ਰੀਕੁਐਂਸੀ ਬਣਾਉਣੀ ਆ, ਕਰੰਟ। ਤੁਸੀਂ ਇਮੇਜਿਨ ਕਰ ਲਓ ਕਿ ਤੁਹਾਡੀ ਜਿਹੜੀ ਫ੍ਰੀਕੁਐਂਸੀ ਹੈ ਉਹ ਤੁਸੀਂ 0 ਤੋਂ ਸ਼ੁਰੂ ਕੀਤੀ, ਤਾਂ ਮੇਰਾ ਇਹ ਮੰਨਣਾ ਕਿ ਜੇ ਤੁਸੀਂ 0 ਤੋਂ ਫ੍ਰੀਕੁਐਂਸੀ ਪਾਉਣੀ ਸ਼ੁਰੂ ਕਰੋਗੇ ਤੇ ਆ ਨਿਊ ਨੋਟ ਤੁਹਾਡੀ ਕਿਹੜੀ ਫ੍ਰੀਕੁਐਂਸੀ, ਥ੍ਰੈਸ਼ਹੋਲਡ। ਜਦੋਂ ਤੱਕ ਤੁਸੀਂ ਥ੍ਰੈਸ਼ਹੋਲਡ ਫ੍ਰੀਕੁਐਂਸੀ ਤੋਂ ਘੱਟ ਹੋ, ਉਮੀਦ ਹੀ ਨਾ ਲਾਓ ਕਿ ਐਮਿਸ਼ਨ ਕੋਈ ਹੋਏਗਾ। ਸੋ ਐਮਿਸ਼ਨ ਹੋਣਾ ਹੀ ਨਹੀਂ। ਵੰਸ ਐਮਿਸ਼ਨ ਸਟਾਰਟ ਹੋ ਗਿਆ, ਕਿੱਥੇ ਜਾ ਕੇ ਸਟਾਰਟ ਹੋਊਗਾ, ਜਦੋਂ ਤੁਹਾਡੀ ਫ੍ਰੀਕੁਐਂਸੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਤੋਂ ਵੱਧ ਗਈ। ਉਸ ਤੋਂ ਬਾਅਦ ਕੀ ਸੀਨ ਹੈ, ਉਦੋਂ ਬਾਅਦ ਐਮਿਸ਼ਨ ਹੋਣ ਲੱਗ ਪਿਆ। ਮੰਨ ਲਓ ਕਿ ਮੈਂ ਇਹ ਕਹਿਣਾ ਕਿ ਸਿਚੁਏਸ਼ਨ ਇਦਾਂ ਦੀ ਸੀ ਕਿ ਵਿਬ ਗਿਓਰ ਦੇ ਹਿਸਾਬ ਨਾਲ ਚੱਲੀਏ ਤੇ ਇਸ ਲਾਈਟ ਦਾ ਐਮਿਸ਼ਨ ਨਹੀਂ ਹੋ ਰਿਹਾ ਸੀ, ਇੱਥੋਂ ਤੱਕ ਹੋਇਆ ਹੀ ਨਹੀਂ ਐਮਿਸ਼ਨ, ਨਾ ਰੈੱਡ ਨਾਲ ਹੋਇਆ, ਨਾ ਯੈਲੋ ਨਾਲ ਹੋਇਆ, ਨਾ ਰੈੱਡ ਨਾਲ, ਨਾ ਔਰੇਂਜ ਨਾਲ, ਨਾ ਯੈਲੋ ਨਾਲ। ਗ੍ਰੀਨ ਨਾਲ ਬਾਈ ਚਾਂਸ ਐਮਿਸ਼ਨ ਹੋਣਾ ਸ਼ੁਰੂ ਹੋ ਗਿਆ, ਠੀਕ ਹੈ। ਯਾਨੀ ਕਿ ਇਹ ਤੁਹਾਡੀ ਥ੍ਰੈਸ਼ਹੋਲਡ ਫ੍ਰੀਕੁਐਂਸੀ ਨੂੰ ਕੋਰਸਪੋਂਡ ਕਰਦਾ ਪਿਆ। ਇਹ ਤੋਂ ਬਾਅਦ ਤੁਸੀਂ ਬਲੂ ਕਲਰ ਦੀ ਲਾਈਟ ਨਾਲ ਕੰਮ ਕਰਨਾ ਸ਼ੁਰੂ ਕੀਤਾ, ਬਲੂ ਕਲਰ ਦੇ ਫੋਟੋਨ ਪਾਏ, ਹੈ ਨਾ, ਫਿਕਸਡ ਇੰਟੈਂਸਿਟੀ, ਤੇ ਇੰਟੈਂਸਿਟੀ ਤੁਸੀਂ ਨਹੀਂ ਬਦਲ ਰਹੇ ਮੰਨ ਲਓ, ਤਾਂ ਜਦੋਂ ਤੁਸੀਂ ਫ੍ਰੀਕੁਐਂਸੀ ਵਧਾਈ ਚੱਲੋਗੇ, ਹੁਣ ਮੈਂ ਫਿਰ ਕਹਿ ਰਿਹਾ ਗ੍ਰਾਫ ਕਿੰਨੇ ਚ, ਕਰੰਟ ਤੇ ਫ੍ਰੀਕੁਐਂਸੀ ਚ। ਫ੍ਰੀਕੁਐਂਸੀ ਤੁਸੀਂ ਬਲੂ ਕਲਰ ਦੀ ਲਾਈਟ ਪਾ ਦਿਓ, ਉਸੇ ਇੰਟੈਂਸਿਟੀ ਤੇ, ਇੰਟੈਂਸਿਟੀ ਕਿਵੇਂ ਫਿਕਸ ਕਰੀ ਦੀ ਹੈ, ਮੰਨ ਲਓ ਕਿ 200 ਵਾਟ ਤੇ ਤੁਸੀਂ ਬਲੂ ਕਲਰ ਦੀ ਲੇਜ਼ਰ ਪਾ ਰਹੇ ਹੋ, ਫਿਰ ਤੁਸੀਂ 200 ਵਾਟ ਦੇ ਉੱਤੇ ਹੀ ਇਹਨੂੰ ਪਾਉਣ ਲੱਗ, ਫਿਰ 200 ਵਾਟ ਤੇ ਇਹ ਵਾਲਾ ਕਲਰ ਕੱਢ ਦਿਓ। ਜਦੋਂ ਤੱਕ ਤੁਸੀਂ ਇਹ ਨਹੀਂ ਬਦਲਦੇ, ਜੇ ਸਿਰਫ ਤੁਸੀਂ ਫ੍ਰੀਕੁਐਂਸੀ ਬਦਲ ਰਹੇ ਹੋ ਤਾਂ ਕਰੰਟ ਨੇ ਨਹੀਂ ਚੇਂਜ ਹੋਣਾ। ਕਰੰਟ ਕਿਵੇਂ ਰਹੇਗਾ, ਮੰਨ ਲਓ ਕਿ ਇੱਥੇ ਜਿੰਨਾ ਕਰੰਟ ਚੱਲਣ ਲੱਗ ਪਿਆ ਇੱਕ ਵਾਰ, ਉਹ ਫਿਕਸ ਹੀ ਰਹਿਣਾ ਹੈ। ਕਿਉਂ, ਲੌਜਿਕ ਬੜਾ ਸਿੰਪਲ ਹੈ। ਕਰੰਟ ਨੂੰ ਚਲਾਉਣ ਦੇ ਲਈ ਰਿਸਪੌਂਸਿਬਲ ਕੌਣ ਨੇ, ਇਲੈਕਟ੍ਰੋਨਸ। ਇਲੈਕਟ੍ਰੋਨਸ ਆਉਂਦੇ ਕਿੱਥੋਂ ਨੇ, ਫੋਟੋਨਸ ਤੋਂ। ਫੋਟੋਨਸ ਕਿੱਥੋਂ ਆਉਂਦੇ ਨੇ ਬੇਟੇ, ਉਹ ਡਿਪੈਂਡ ਕਰਦੇ ਨੇ ਅੱਗੋਂ ਕਿੰਨੀ ਇੰਟੈਂਸਿਟੀ ਹੈ। ਸੋ ਜੇ ਤੁਸੀਂ ਇੰਟੈਂਸਿਟੀ ਨੂੰ ਫਿਕਸ ਕਰਕੇ ਕੱਲੀ ਫ੍ਰੀਕੁਐਂਸੀ ਵਧਾ ਰਹੇ ਹੋ, ਉਹਦੇ ਨਾਲ ਨੰਬਰ ਆਫ ਫੋਟੋਨਸ ਨੂੰ ਫਰਕ ਨਹੀਂ ਪੈਣਾ। ਜੇ ਨੰਬਰ ਆਫ ਫੋਟੋਨਸ ਨੂੰ ਫਰਕ ਨਹੀਂ ਪੈਣਾ ਤਾਂ ਨੰਬਰ ਆਫ ਫੋਟੋ ਇਲੈਕਟ੍ਰੋਨਸ ਨੂੰ ਫਰਕ ਨਹੀਂ ਪੈਣਾ, ਰਾਈਟ, ਸਮਝਦੇ ਹੋ। ਸੋ ਇਸ ਕਰਕੇ ਆ ਗ੍ਰਾਫ ਬਣੂਗਾ, ਇਹ ਤੋਂ ਪਹਿਲਾਂ ਨਹੀਂ ਬਣਨਾ। ਇਹ ਵੀ ਦੱਸਤਾ ਕਾਂਸਟੈਂਟ ਕਿਉਂ ਰਹਿਣਾ ਹੈ, ਇਹ ਵੀ ਦੱਸਤਾ ਬੇਟੇ। ਅਗਲਾ ਦੇਖੋ, ਅਗਲਾ ਹੈਗਾ ਗ੍ਰਾਫ ਜਿਹੜਾ, ਉਹ ਹੈਗਾ ਇੰਟੈਂਸਿਟੀ ਤੇ ਸਟੋਪਿੰਗ ਪੋਟੈਂਸ਼ੀਅਲ ਦੇ ਵਿਚਕਾਰ। ਕਿੰਨੇ ਵਿਚਕਾਰ, ਇੱਕ ਪਾਸੇ ਇੰਟੈਂਸਿਟੀ ਹੈ ਐਂਡ ਦੂਜੇ ਪਾਸੇ ਕੌਣ ਹੈ, ਸਟੋਪਿੰਗ ਪੋਟੈਂਸ਼ੀਅਲ। ਸੋ ਆ ਲਿਆ, ਇਹ ਲਿਆ ਬੇਟੇ। ਹੁਣ ਆਪਾਂ ਇੱਕ ਪਾਸੇ ਸਟੋਪਿੰਗ ਪੋਟੈਂਸ਼ੀਅਲ ਬਣਾਉਣਾ, ਮੈਂ ਬਣਾਤਾ, ਤੇ ਇਧਰ ਨੂੰ ਆਪਾਂ ਕੀ ਬਣਾਤੀ, ਇੰਟੈਂਸਿਟੀ। ਮਤਲਬ ਤੁਸੀਂ ਕਿੰਨੀ ਇੰਟੈਂਸਿਟੀ ਨਾਲ ਜਗਾ ਰਹੇ ਹੋ। ਹੁਣ ਧਿਆਨ ਨਾਲ ਇਹ ਇਕੁਏਸ਼ਨ ਦੀ ਖੇਡ ਹੈ ਸਾਰੀ। ਮੈਂ ਇਹ ਮੰਨਦਾ ਕਿ ਇੱਥੇ ਇਕੁਏਸ਼ਨ ਨਹੀਂ ਸੀਗੀ, ਔਰ ਵੈਸੇ ਇਕੁਏਸ਼ਨ ਹੈ। ਸਟੋਪਿੰਗ ਪੋਟੈਂਸ਼ੀਅਲ ਦਾ ਕਿਹੜਾ ਫਾਰਮੂਲਾ ਤੁਹਾਨੂੰ ਪਤਾ, ਮੈਨੂੰ ਦੋ ਪਤਾ ਨੇ ਬੇਟੇ। EV ਨੋਟ ਇਜ਼ ਇਕੁਅਲ ਟੂ H ਨਿਊ ਮਾਈਨਸ H ਨਿਊ ਨੋਟ, ਇੱਕ EV ਨੋਟ ਇਜ਼ ਇਕੁਅਲ ਟੂ ਹਾਫ MV ਮੈਕਸ ਸਕੁਅਰ। ਮੈਨੂੰ ਦੱਸੋ ਕਿ ਇਹਨਾਂ ਦੋਨੋਂ 'ਚ ਇੰਟੈਂਸਿਟੀ ਦੀ ਗੱਲ ਕਿੱਥੇ ਹੋਈ ਹੈ, ਕਿਤੇ ਵੀ ਨਹੀਂ ਹੋਈ। ਐਕਚੁਅਲੀ ਇੰਟੈਂਸਿਟੀ ਦੀ ਜੇ ਗੱਲ ਹੀ ਨਹੀਂ ਹੋ ਰਹੀ, ਇਹਦਾ ਮਤਲਬ ਇੰਟੈਂਸਿਟੀ ਤੇ ਸਟੋਪਿੰਗ ਪੋਟੈਂਸ਼ੀਅਲ ਡਿਪੈਂਡ ਨਹੀਂ ਕਰਦਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਇੰਟੈਂਸਿਟੀ ਵਧਾਓਗੇ, ਸਟੋਪਿੰਗ ਪੋਟੈਂਸ਼ੀਅਲ ਜਿੰਨਾ ਹੈਗਾ ਉਹਨੇ ਹੀ ਰਹਿਣਾ, ਉਹ ਚੇਂਜ ਨਹੀਂ ਹੋਏਗਾ। ਆਈ ਹੋਪ ਕਿ ਤੁਹਾਨੂੰ ਸਮਝ ਲੱਗ ਗਈ। ਲਾਸਟ ਜਿਹੜਾ ਹੈਗਾ ਉਹ ਹੈਗਾ ਟਾਈਮ ਤੇ ਫੋਟੋ ਇਲੈਕਟ੍ਰਿਕ ਕਰੰਟ ਦੇ ਵਿੱਚ ਕੀ ਰਿਲੇਸ਼ਨ ਹੈ। ਸੋ ਕੋਈ ਬਸ ਇਹ ਹੈ ਕਿ ਟਾਈਮ ਇੱਕ ਪਾਸੇ ਤੇ ਕਰੰਟ ਇੱਕ ਪਾਸੇ ਆਏ ਬੇਟੇ, ਵੰਸ ਇੱਕ ਵਾਰੀ ਸੈੱਟ ਹੋ ਜਾਵੇ ਉਦੋਂ ਬਾਅਦ ਆ ਰਹਿੰਦਾ, ਕਾਂਸਟੈਂਟ ਹੀ ਰਹਿੰਦਾ ਹੈ। ਮਤਲਬ ਇਨ 10⁻⁻⁹ ਆ ਜਿਹੜਾ ਟਾਈਮ ਮੈਂ ਬਣਾਇਆ
ਇੰਨੀ ਦੇਰ ਬਾਅਦ ਇਹ ਇੱਕ ਇਨਸਟੈਂਟ ਯਾਨੀ ਕਿ ਟਾਈਮ ਬੀਤਣ ਨਾਲ ਕੋਈ ਫਰਕ ਨਹੀਂ ਪੈਂਦਾ, ਕਰੰਟ ਉਹੀ ਰਹਿੰਦਾ ਹੈ ਨਾ। ਤਾਂ ਕੋਈ ਇਹਨਾਂ ਦਾ ਰਿਲੇਸ਼ਨ ਨਹੀਂ ਹੈਗਾ ਆਪਸ ਦੇ ਵਿੱਚ। ਇਹਨਾਂ ਕਰਨ ਤੋਂ ਬਾਅਦ ਅਗਲੇ ਟੌਪਿਕ ਵੱਲ ਚੱਲਾਂਗੇ ਆਪਾਂ। 2-3 ਨੂਮੈਰੀਕਲਸ ਕਰਨੇ ਬੇਟੇ ਇਹਦੇ, ਮੈਂ ਇਹਨੂੰ ਰੇਜ਼ ਕਰ ਰਿਹਾ ਰਾਈਟ। ਤਾਂ ਪਹਿਲਾ ਨੂਮੈਰੀਕਲ ਜਿਹੜਾ ਹੈ ਉਹ ਮੈਂ ਤੁਹਾਡੇ ਲਈ ਸਕਰੀਨ ਤੇ ਲੈ ਕੇ ਆ ਰਿਹਾ, ਇਹ ਆ ਪਿਆ ਰਾਈਟ। ਤਾਂ ਤੁਸੀਂ ਇਹਨੂੰ ਪੜ੍ਹ ਲਓ। ਕੀ ਕਰਨਾ ਕੀ ਹੈ ਦੇਖੋ। ਤਾਂ ਪਹਿਲਾ ਨੂਮੈਰੀਕਲ ਆਪਾਂ ਨੂੰ ਕੀ ਕਹਿੰਦਾ ਹੈ ਕਿ ਵਰਕ ਫੰਕਸ਼ਨ ਆਫ ਸੋਡੀਅਮ ਤੁਹਾਨੂੰ ਕਹਿੰਦਾ ਮੈਂ ਦੇ ਦੇਣਾ ਕਿੰਨਾ ਹੈ 2.3 ਇਲੈਕਟ੍ਰੋਨ ਵੋਲਟ, ਠੀਕ ਹੈ। ਸੋ ਸੋਡੀਅਮ ਦਾ ਵਰਕ ਫੰਕਸ਼ਨ, ਸੋਡੀਅਮ ਦਾ ਵਰਕ ਫੰਕਸ਼ਨ ਹੈ 2.3 ਇਲੈਕਟ੍ਰੋਨ ਵੋਲਟ ਦੇ ਗਿਆ। ਕਹਿੰਦਾ ਕਿ ਡਸ ਸੋਡੀਅਮ ਸ਼ੋ ਫੋਟੋ ਇਲੈਕਟ੍ਰਿਕ ਐਮਿਸ਼ਨ ਫॉर ऑरेंज ਲਾਈਟ। ਸੋ ਤੁਹਾਨੂੰ ਇੱਕ ਲੈਮਡਾ ਗਿਵਨ ਹੈ, ऑरेंज ਕਲਰ ਦੀ ਵੇਵਲੈਂਥ ਗਿਵਨ ਹੈ ਕਿੰਨੀ 6800 ਐਂਗਸਟ੍ਰੋਮ। ਐਂਗਸਟ੍ਰੋਮ ਦਾ ਸਿੰਬਲ ਮੈਂ ਗਲਤ ਪਾਇਆ ਹੋਇਆ ਹੈ, ਇਹ ਇੱਥੇ ਆਉਣਾ ਹੁੰਦਾ ਹੈ ਨਾ। ਸੋ ਮੇਰੇ ਕੋਲ ਪਿਆ ਨਹੀਂ ਹੈਗਾ ਜਲਦੀ 'ਚ, ਤਾਂ ਇਹ ਐਂਗਸਟ੍ਰੋਮ ਦਾ ਸਿੰਬਲ ਗਲਤ ਪਾਇਆ ਹੋਇਆ। ਤਾਂ ਜਦੋਂ ਤੁਸੀਂ 2.3 ਇਲੈਕਟ੍ਰੋਨ ਵੋਲਟ ਦੀ ਰੇਡੀਏਸ਼ਨ ਪਾਈ ਐਂਡ ਉਸ ਰੇਡੀਏਸ਼ਨ ਦੇ ਮਤਲਬ ਨਾ ਸੋਰੀ ਇੰਨਾ ਵਰਕ ਫੰਕਸ਼ਨ ਹੈ ਸੋਡੀਅਮ ਦਾ, ਰੇਡੀਏਸ਼ਨ ਤੁਸੀਂ ਪਾਈ 6800 ਐਂਗਸਟ੍ਰੋਮ ਦੀ, ਤੁਸੀਂ ਦੱਸਣਾ ਹੈ ਕੀ ਫੋਟੋ ਇਲੈਕਟ੍ਰਿਕ ਐਮਿਸ਼ਨ ਹੋਏਗਾ ਜਾਂ ਨਹੀਂ ਹੋਏਗਾ। ਦੇਖੋ ਮੈਨੂੰ ਤਾਂ ਇੰਨਾ ਪਤਾ ਹੈ ਕਿ ਜਿਹੜੀ ਜੇਕਰ ਇਹ ਵੇਵਲੈਂਥ ਹੈ ਨਾ ਤਾਂ ਮੈਂ ਇਹਦੀ ਕੋਰਸਪੋਂਡਿੰਗ एनर्जी ਕਰਨਾ ਚਾਹਾਂਗਾ। ਤੁਹਾਨੂੰ ਪਤਾ ਹੈ ਕਿ E = ਹੁੰਦੀ ਹੈ ਜਿਹੜੀ ਇਨਸੀਡੈਂਟ ਫੋਟੋਨ ਦੀ એનર્ਜੀ ਉਹ h ਨਹੀਂ ਹੁੰਦੀ ਹੈ। ਤੁਹਾਨੂੰ ਇਹ ਵੀ ਪਤਾ ਹੈ ਕਿ ਐਮਿਸ਼ਨ ਕਦੋਂ ਹੋਏਗਾ ਭਲਾ, ਜੇ ਇਕੁਏਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ h nu = h nu ਨੋਟ ਪਲੱਸ ਬਾਕੀ ਦੀ ਮੈਕਸਿਮਮ ਕਾਈਨੈਟਿਕ એનર્ਜੀ ਵਾਲੀ ਹੈ। ਐਮਿਸ਼ਨ ਕਰਾਉਣ ਦੇ ਲਈ ਤੁਹਾਡੀ ਫ੍ਰੀਕੁਐਂਸੀ ਨੂੰ ਥ੍ਰੈਸ਼ਹੋਲਡ ਫ੍ਰੀਕੁਐਂਸੀ ਨਾਲ ਵੱਧ ਹੋਣਾ ਪਏਗਾ, ਜਾਂ ਇਹ ਕਹਿ ਲਓ ਕਿ ਜਿਹੜੀ ਤੁਹਾਡੀ ਇਨਸੀਡੈਂਟ ਰੇਡੀਏਸ਼ਨ ਹੈ ਉਹਦੀ ਜਿਹੜੀ ਜਿਹੜੀ એનર્ਜੀ ਹੈ ਉਹ ਵਰਕ ਫੰਕਸ਼ਨ ਤੋਂ ਜ਼ਿਆਦਾ ਆ ਜਾਣੀ ਚਾਹੀਦੀ ਹੈ। ਸੋ ਮੈਂ એનર્ਜੀ ਕੱਢਣ ਲੱਗਾ ਬੇਟੇ, ਸਿੱਧੀ ਜੀ ਗੱਲ ਇਹ ਹੈ। ਦੋ ਤਰੀਕੇ ਨੇ, ਜਾਂ ਇੱਥੋਂ ਥ੍ਰੈਸ਼ਹੋਲਡ ਵੇਵਲੈਂਥ ਕੱਢ ਲਓ ਜਾਂ એનર્ਜੀ ਕੱਢ ਲਓ। ਮੈਂ ਕੀ ਕਰਦਾ ਕਿ h ਨਿਊ ਦੀ ਵੈਲਿਊ ਭਰ ਦਿੰਦਾ, ਫ੍ਰੀਕੁਐਂਸੀ ਕਿੰਨੇ ਬਰਾਬਰ ਹੁੰਦੀ ਹੈ ਫ੍ਰੀਕੁਐਂਸੀ ਬਰਾਬਰ ਹੁੰਦੀ c/λ। ਉਹ ਵੀ ਕਿਉਂ? ਕਿਉਂਕਿ c ਬਰਾਬਰ ਹੁੰਦਾ ਹੈ ਨਿਊ * ਲੈਮਡਾ। ਉਹ ਵੀ ਕਿਉਂ? ਕਿਉਂਕਿ c ਬਰਾਬਰ ਹੁੰਦਾ λ/T। ਡਿਸਟੈਂਸ ਬਾਈ ਟਾਈਮ ਇਜ਼ ਸਪੀਡ ਨਾ, ਉੱਥੋਂ ਬਣਾਇਆ ਹੋਇਆ, ਤਾਂ 1/T ਇਜ਼ ਨਿਊ। ਤਾਂ ਬੇਟੇ ਇੱਥੇ ਲਿਆ ਕੇ h ਦੀ ਵੈਲਿਊ ਭਰੋ 6.63 × 10⁻34। c ਜੇ ਮੀਡੀਅਮ ਜਿਹੜਾ ਉਹ ਵੈਕਿਊਮ ਹੈ ਤਾਂ ਆਹ ਹੋ ਗਿਆ। ਲੈਮਡਾ ਹੈ 6800 ਐਂਗਸਟ੍ਰੋਮ ਕਿੰਨਾ ਹੁੰਦਾ ਦੱਸੋ? ਇੱਕ ਐਂਗਸਟ੍ਰੋਮ ਕਿੰਨਾ ਹੁੰਦਾ? ਇੱਕ ਐਂਗਸਟ੍ਰੋਮ ਜਿਹੜਾ ਹੈ ਉਹ ਹੁੰਦਾ 10⁻10। ਇਜ਼ ਦੈਟ ਓਕੇ? ਸੋ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਆਫਟਰ ਸੋਲਵਿੰਗ ਮੈਂ ਸਿੱਧਾ ਆਂਸਰ ਲਿਖ ਰਿਹਾ ਵੀ ਇਹਦਾ ਆਂਸਰ ਕਿੰਨਾ ਆਉਂਦਾ ਹੈ। ਇਹਦਾ ਆਂਸਰ ਜਿਹੜਾ ਹੈ ਉਹ ਆ ਜਾਂਦਾ 1 ਪੁਆਇੰਟ ਨਾ ਪਹਿਲੇ ਨੰਬਰ ਤੇ ਇਹ ਜਾਊਲ ਚ ਆਏਗਾ ਆਂਸਰ, ਠੀਕ ਹੈ। ਜਦ ਕਿ ਇਹ ਕਾਹਦੇ ਚ ਦਿੱਤੀ ਹੋਈ ਹੈ ਇਲੈਕਟ੍ਰੋਨ ਵੋਲਟ ਚ। ਤਾਂ ਮੈਂ ਇੱਥੇ ਸਾਈਡ ਤੇ ਲਿਖਦਾ ਕਿ ਤੁਹਾਨੂੰ ਯਾਦ ਹੈ ਮੈਂ ਤੁਹਾਨੂੰ ਪਹਿਲੇ ਲੈਕਚਰ 'ਚ ਵੀ ਦੱਸਿਆ ਸੀ ਇੱਕ ਇਲੈਕਟ੍ਰੋਨ ਵੋਲਟ ਜਿਹੜਾ ਹੁੰਦਾ ਹੈ ਇਹਨੂੰ ਅਸੀਂ 1.6 × 10⁻19 ਜਾਊਲ ਕਹਿੰਦੇ ਆ। ਰੀਜ਼ਨ ਤੁਸੀਂ ਪਹਿਲੇ ਲੈਕਚਰ 'ਚ ਦੇਖ ਸਕਦੇ ਹੋ। ਇੱਥੋਂ ਜਾਊਲ ਦੀ ਵੈਲਿਊ ਕਿੰਨੀ ਆਏਗੀ ਇਹਨੂੰ ਡਿਵਾਈਡ ਕਰ ਦਾਂਗੇ। ਸੋ ਤੁਹਾਡਾ ਆਂਸਰ ਕੀ ਬਣੇਗਾ 6.63 × 10⁻34 ਇੰਟੂ ਆਹ ਨੀਚੇ ਆਹ ਇੰਟੂ ਆਹ ਵਾਲਾ ਐਂਡ ਜਾਊਲ ਦੀ ਜਦੋਂ ਵੈਲਿਊ ਭਰੋਗੇ ਇਹਨੂੰ ਨੀਚੇ ਲਿਆਓਗੇ ਤਾਂ ਇਹ 1.6 × 10⁻19 ਇਹਨੇ ਹੁਣ ਕੀ ਬਣ ਜਾਏਗਾ ਇਲੈਕਟ੍ਰੋਨ ਵੋਲਟ। ਬੜਾ ਇੰਪੋਰਟੈਂਟ ਨੂਮੈਰੀਕਲ ਜੇ। ਐਂਡ ਜਿਹੜਾ ਇਹਦਾ ਆਂਸਰ ਆਉਂਦਾ ਹੈ ਉਹ ਆ ਜਾਂਦਾ 1.83 ਇਲੈਕਟ੍ਰੋਨ ਵੋਲਟ। ਹੁਣ ਜਿਹੜਾ ਤੁਹਾਡਾ ਇਨਸੀਡੈਂਟ ਫੋਟੋਨ ਹੈ ਉਹਦੀ એનર્ਜੀ ਇੰਨੀ ਹੈ ਬੇਟੇ, ਐਂਡ ਵਰਕ ਫੰਕਸ਼ਨ ਇੰਨਾ ਹੈ, ਯਾਨੀ ਕਿ ਤੁਹਾਡੀ ਜਿਹੜੀ એનર્ਜੀ ਤੁਸੀਂ ਦੇ ਕੇ ਭੇਜ ਰਹੇ ਹੋ ਵਰਕ ਫੰਕਸ਼ਨ ਤੋਂ ਕੀ ਹੈ ਘੱਟ ਹੈ ਤੁਹਾਡੇ ਸਾਹਮਣੇ। ਜੇ એનર્ਜੀ ਘੱਟ ਹੈ ਐਮਿਸ਼ਨ ਹੋਊਗਾ ਫਿਰ ਨਹੀਂ ਹੋਊਗਾ। ਤਾਂ ਆਪਾਂ ਕੀ ਲਿਖਾਂਗੇ देयरफॉर फोटो इलेक्ट्रिक एमिशन will not take place। ठीक है, नेक्स्ट अगले न्यूमेरिकल वाल चलांगे। अगला न्यूमेरिकल थोड़े कोल स्क्रीन ते आउन लगा बेटे। लो जी आह आ गया एंड तुसी इहनूं पढ़ो तद तक मैं इहनूं इरेज करदा। देखो भी इहदे की गिवन है, बस न्यूमेरिकल का सीधा जिहा हिसाब है, लिख लो भी की गिवन है। फॉर्मूले तो बेटे आही 2-3 ने फिलहाल अज के लैक्चर तक तो। देखो की गिवन है आपां नूं इस न्यूमेरिकल च। वो कहंदे कि सी अच्छा एक नूं चेंज कर लिओ। सीजियम का वर्क फंक्शन 2.14 हुंदा है, इहदे च एक 4 मिसिंग है। सो सीजियम का वर्क फंक्शन तुहानूं गिवन है
2.14 इलैक्ट्रॉन वोल्ट, ये गिवन है। फिर अगली गल की कहता है कि फाइंड थ्रैशोल्ड फ्रीक्वेंसी, पहली गल नो प्रॉब्लम। नंबर 2 ते वेवलेंथ ऑफ द इंसीडेंट रेडिएशन ते मैक्सिमम वेलोसिटी ऑफ द इमिटेड इलैक्ट्रॉन्स इफ, कहना भी जो स्टॉपिंग पोटेंशियल है ना वो कितना है 0.60 वोल्ट। सो तुहानूं दो चीज़ां गिवन ने, एक आह एक आह। इन्हां दोनों तो तुसीं कढना की है बेटे, तुसीं थ्रैशहोल्ड फ्रीक्वेंसी कढनी है। थ्रैशहोल्ड फ्रीक्वेंसी मतलब की करना है, ए न्यू नॉट बी ते की कढ के देना तुसीं द वेवलेंथ ऑफ इंसीडेंट रेडिएशन यानी कि लैम्डा कढ के देना है। तीजे नंबर पर की करनी, वी मैक्स करनी है। सो मैं शुरू करदा बच्चों, इट्स वेरी 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 ईजी है ना, करें शुरू। सो पहले नंबर पे पहले क्वेश्चन वाल चलते हैं कि थ्रैशहोल्ड फ्रीक्वेंसी कितनी है। तो मैनू ये पता है कि थ्रैशहोल्ड वर्क फंक्शन गिवन है कितना बेटे 2.14 इलैक्ट्रॉन वोल्ट। तो ये कितना होंदा है एच न्यू नॉट इफ यू नो, तो 2.14 इंटू ई कितना है 1.6 इंटू 10⁻⁻19 जाउल, आ वाली चीज़ ये इन्ने जाउल बन गई, मैं भारती वैल्यू बस। तो इतों न्यू नॉट कितने बराबर आ जाएगा, वो आ जाएगा 2.14 इंटू 1.6 इंटू 10⁻⁻19। आ कॉमन मिसटेक है बच्चे, भर के नहीं आते क्योंकि ये सारा कुछ ऐसा ही होना है, तो तुम्हें पता होना चाहिए कि अपन चेंज करना पैना। तो एच नू नीचे लै जाओ, एच कितना बेटे 6.62 इंटू कितना 10⁻⁻34। इज दैट ओके। सो इनू भरोगे, ये तुहाडा जिहड़ा आंसर आ जाता इनका, वो मैं सीधा लिखदा ना, तो वो आ जाता बेटे 5.16 इंटू 10⁻14 हर्ट्स। इन्ना आंसर आ जाता, तुहाडे पहले क्वेश्चन का आंसर आ गया। हुण बी पार्ट, बी पार्ट की है कि तुसीं वेवलेंथ ऑफ द इंसीडेंट रेडिएशन कढनी है। तो मैनू लगता है कि वेवलेंथ नालों पहले अपन फ्रीक्वेंसी कढ लेनी चाहिए। वी नो कि इंसीडेंट रेडिएशन के लिए एच न्यू बराबर होंदा है एच न्यू नॉट प्लस फाई नॉट, एच न्यू नॉट प्लस मैक्सिमम काइनेटिक एनर्जी, या कह दो ईवी नॉट स्टॉपिंग पोटेंशियल वाला। ये लिखना इस बारी बैटर है क्योंकि अपन स्टॉपिंग पोटेंशियल गिवन है। तो इत्थों ये एच न्यू नॉट जिहड़ा ये कौन वर्क फंक्शन है, ये ऑलरेडी गिवन है कितना 2.14 इंटू इलैक्ट्रॉन वोल्ट है, 1.6 इंटू 10⁻⁻19 करोगे, अगे आ जाओ प्लस इस ई की वैल्यू कितनी है 1.6 इंटू 10⁻⁻19 इंटू वी नॉट कितना है बेटे अपना 0.6 राइट। तो इथों न्यू कढ़ना है, आ जिहड़ा एच है सारे नाल जाके की हो जाएगा बेटे डिवाइड 6.62 इंटू कितना 10⁻⁻34। एंड जो तुसीं इहनूं सॉल्व कर लोगे तो यू विल गेट न्यू, न्यू आ जाएगा। हुण उस तो बाद लैम्डा कितने बराबर होएगा, लैम्डे नूं कढण दे लई तुहानूं पता है कि जिहड़ा सी हुंदा बराबर हुंदा न्यू टाइम्स लैम्डा। तो इथों लैम्डा कितने बराबर आएगा, लैम्डा बराबर आएगा सी डिवाइडेड बाय न्यू। सो सी कितना है 3 इंटू 10⁸। न्यू कितना सारा जुगाड़ जिहड़ा तुहाडा इत्थों होना है वो इत्थे नीचे आएगा, तो इन्ने की आएगा ये मीटर। इनू जो तुसीं सॉल्व करोगे तो तुहाडे कोल जिहड़ा आंसर होने वाला वो हैगा 454 इन्ने की नैनोमीटर। सो ये तुहाडी वेवलेंथ आ जानी बेटे। ये दूजे क्वेश्चन का आंसर हो गया। सिंपल है, देखो फॉर्मूले आउंदे तो न्यूमेरिकल आउंदा बस। ओहो मैनू हटा दा बेटे, मैं दोबारा बोलदा, मैं कुछ भी नहीं किया। वट आई हैव डन इज कि मैं ये तुहानूं कहा कि सी की वैल्यू न्यू इंटू लैम्डा होंदी है, इथों लैम्डा बराबर सी बाय न्यू हो गया। न्यू सारा आ वाला भरांगे तो इथों आप आपदा आंसर जिहड़ा वो कढ लेना। ओके रिपोर्ट ठीक है। तीजा क्वेश्चन की सी इहदे च मैक्सिमम वेलोसिटी कढो, कहंदा वो कुछ भी नहीं है। तुहानूं पता है हाफ एम वी मैक्स का स्क्वेयर कितने बराबर है, वो बराबर है ई वी नॉट दे। तुहानूं पता है कि इथों वी मैक्स का स्क्वेयर कितने बराबर आ जाएगा, वो बराबर आ जाएगा 2 ई वी नॉट डिवाइडेड बाय कौन एम, उधर चला गया एम नीचे चला गया। तो वी मैक्स कितने बराबर आ जाएगा बेटे, वो आ जाएगा रूट दे विच 2 टाइम्स ई वी नॉट डिवाइडेड बाय कौन एम। हुण तुहानूं की ई पता है, वो तो पता ही इलैक्ट्रॉन के चार्ज कितना है, वी नॉट पता है यस, एम इलैक्ट्रॉन का मास वो भी पता है, इन्हां तो तुसीं मैक्सिमम वेलोसिटी कढ सकते हो। ठीक है, सो दैट्स इट। ये क्वेश्चन हो गया क्वेश्चन नंबर 2 राइट। अगले क्वेश्चन वाल प्रोसीड करते हैं एंड मैं स्क्रीन पर तुहानूं क्वेश्चन दे रहा, तुसीं सिर्फ इन्ना काम करोगे कि एक बार वो सारा कुछ लिखोगे जो तुहानूं पता है। ठीक है, इहदे विचों फिर अगे तुरदे हैं आपां। एंड जिन्ने तुहानूं 3 न्यूमेरिकल कराए ने ये 2-4 आपां कल करांगे, मतलब अगले लैक्चर दे विच, तां इहदे नाल तुहाडा जिहड़ा ये सारा काम है खत्म हो जाना राइट।
मतलब न्यूमेरिकल वाला पार्ट इन्हें जो ओवर कोई एडा खास है नहीं, मतलब प्रोडिक्टेबल न्यूमेरिकल ने इस चैप्टर दे। तो हुण तुहानूं की गिवन है, कहना वर्क फंक्शन फॉर अ मैटल इज 4.2 इलैक्ट्रॉन वोल्ट। सो पहला मैं की लिखा, मैनूं की गिवन है, मैनूं गिवन है फाई नॉट, तो फाई नॉट कितना गिवन है 4.2 इलैक्ट्रॉन वोल्ट। फिर की गिवन है बेटे, फाइंड पोटेंशियल डिफरेंस टू बी रिक्वायर्ड टू स्टॉप द इमिशन ऑफ मैक्सिमम काइनेटिक एनर्जी फोटो इलैक्ट्रॉन्स एमिटेड बाय अ लाइट ऑफ एनी वेवलेंथ। सो तुहानूं वेवलेंथ दे गया, कितनी दे गया बेटे, ये दे गया 1800 एंगस्ट्रॉम, है ना, कुछ इधर ही सिचुएशन ही है, कोई गल नहीं। तो मैनू ये दे गया कि लैम्डा कितना है 1800 एंगस्ट्रॉम, आई बिलीव कि यही लिखा हुआ है। हाँ, तो आप दसना है कि फाइंड पोटेंशियल डिफरेंस टू बी रिक्वायर्ड टू स्टॉप द इमिशन ऑफ मैक्सिमम, तो आप पोटेंशियल डिफरेंस करना है। तो पोटेंशियल डिफरेंस का मतलब है तुसीं वी नॉट कढ़ना है। भला हुण तुसीं ध्यान नाल नोट करो कि किहड़ी इक्वेशन लावांगा, मेरे को आ है बेटे वी नॉट कढ़न के दो ही फॉर्मूले ने, एक आ वाला इनकी जगह पर आपको आ लिख लेना चाहिए क्योंकि इनकी वैल्यू गिवन है, प्लस की बेटे ई वी नॉट, ये ज़्यादा वधिया फॉर्मूला है। किवें भला हुण मैनूं इत्थे सारियां वैल्यूज पता ने बेटे, एच इंटू न्यू कितना होंदा सी बाय लैम्डा, ते फाई नॉट प्लस का कितना ई वी नॉट, तो एच कितना है बेटे 6.62 इंटू कितना 10⁻⁻34 इंटू सी कितना 3 इंटू 10⁻8 डिवाइडेड बाय लैम्डा जेड़ा वो कितना गिवन है 1800 एंगस्ट्रॉम इज 10⁻10 इज इक्वल टू ए कितना 4.2 इलैक्ट्रॉन का मतलब है 1.6 इंटू 10⁻19 ना मल्टीप्लाई करना पड़ेगा, प्लस ई की वैल्यू कितनी पर हो गई अगेन आह, बाकी तुहाडे कोल की बचा कला वी नॉट, वो निकल जाना। ठीक है, इनू तुसीं सॉल्व कर सकते हो। इस पूरी इक्वेशन च तुहाडे कोल की निकल आना है वी नॉट निकल आना है, क्योंकि रही कला वी नॉट गया ना बेटे, वो निकल आना है। हुण वंस यू हैव कैलकुलेटेड वी नॉट, उस तो बाद आपां की करना है, कहना कि डिटरमाइन द वेवलेंथ ऑफ दैट इंसीडेंट रेडी लाइट फॉर विच स्टॉपिंग पोटेंशियल इज जीरो। इहदा मतलब की है, ये आपदे आप एक घुंडी पाई हुई क्वेश्चन दे विच। घुंडी की है कि तुसीं ये दसना है कि वो वाली वेवलेंथ जिंदे ਲਈ स्टॉपिंग पोटेंशियल जीरो होगा। दिमाग लाओ कि स्टॉपिंग पोटेंशियल जीरो किंदे ਲਈ होएगा, जिंदे ਲਈ काइनेटिक एनर्जी जीरो होएगी। तो काइनेटिक एनर्जी कदों जीरो होएगी, जो तुहाडी जिहड़ी एनर्जी है सिर्फ तो सिर्फ इन्नी होवे कि वो इलैक्ट्रॉन इजैक्ट करे, यानी कि तुहाडी इंसीडेंट रेडिएशन की एनर्जी कितनी है वर्क फंक्शन के बराबर। सो इहदा मतलब है कि पक्की गल है कि फॉर वी नॉट इक्वल टू जीरो, जे इत्थे भर देवां वी नॉट में जीरो, तो इहदा मतलब है तुहाडा एच न्यू नॉट किहदे बराबर आ जाएगा सिंपलीफाई नॉट दे, उदों तुहाडी फ्रीक्वेंसी थ्रैशोल्ड हुंदी है। सो इत्थों तुहानूं ने की किया वेवलेंथ कड्ढण लई किहा ना, हाँ, तो तुहानूं पता है कि एच सी बाय लैम्डा नॉट इज इक्वल टू फाई नॉट हो गया। तुहानूं पता है कि इत्थों लैम्डा नॉट किहदे बराबर आ गया, वो आ गया एच सी बाय फाई नॉट। एच कितना बेटे 6.63 इंटू 10⁻34। ठीक है, अब कभी मैं 2 लिख देना, कभी 3 घबराए होना, बस इतना ही है, यही हो गया। तो नीचे फाई नॉट कितना है, वो पे 4.2 इंटू 1.6 इंटू 10⁻19 इन्ने की आ जाएगा मीटर। सॉल्व कर लेना। सो ये तुहाडे कोल सीगा न्यूमेरिकल नंबर 3, मैं एक स्टेटमेंट हटा दा, मैं भुल जाना आ पिया, मैक्सिमम गल तुहानूं समझ लग गई होनी है, राइट। सो दैट्स इट, ये न्यूमेरिकल हो गया बेटे। नैक्सट अगली गल करांगे, इस तो बाद न्यूमेरिकल जब ओवर होंगे ने, तो हुण क्योंकि पार्टिकल नेचर जिहड़ा वो एस्टैबलिश हो चुकिया सी कि लाइट का पार्टिकल नेचर हैगा, एक इन्हें तो चंगी तरह एक्सप्लेन करता उन्होंने, तो इस करके क्वांटम जी फिजिक्स है ना, जो क्वांटम मकैनिक्स है जी कि अज बहुत सारी साडी जी क्लासिकल फिजिक्स उन्होंने चैलेंज करती, उनकी तरीके की फाउंडेशन सी। आइनस्टाइन आपदी ही डिस्कवरी तो कहते हैं कि परेशान भी बड़ा सी, क्योंकि वो ये मनदा सी कि गॉड कैन नॉट प्ले डाइस विद अस, है ना। तो मैं करी अगे भी दस्या है कि बोहर ते नील बोहर वॉज इन फेवर ऑफ दिस थ्योरी। आइनस्टाइन ने इनका रीजन दे के आप इहदे अगेंस्ट भी सीगा, एंड उदों कहते हैं कि इन्हों के आपस में कन्वरसेशन होंदी सी, ते आइनस्टाइन ने जो एक कोटेशन लिखी कही कि गॉड कैन नॉट प्ले डाइस विद अस, यानी कि मतलब डाइस समझते ना, लूडो वाली डाइस, यानी कि प्रोबेबिलिटी वाली गेम नहीं हो सकती। तो कहते हैं कि बोहर ने कहा कि आइनस्टाइन प्लीज़ डोंट टेल गॉड वट टू डू। सो ये इदां दी गल्लां रहियां ने, ठीक है। चलो वधिया, साइंटिस्ट आपदे आपदे काम करते रहे हैं। हुण आपां बस थोड़े जे पॉइंट डिस्कस करने बेटे, कि है कि पार्टिकल नेचर ऑफ जो लाइट एस्टैबलिश होगी, तो 1 बाय 1 ਆਪਾਂ ਇਹਨਾਂ पॉइंट्स बारे गल करनी है, ताकि अपने कल के लैक्चर की अपनी जी फाउंडेशन है वो अगली रखी जा सके।
ठीक है। सो पहली गल की है कि इन इंटरैक्शन ऑफ रेडिएशन विद मैटर, रेडिएशन बिहेव्स एज इफ इट इज मेड अप ऑफ पार्टिकल्स लाइक की फोटोन्स। यानी कि असी पहले नंबर पर यह इस्टैबलिश कर ली कि जो रेडिएशन मैटर के नाल इंटरैक्ट करती है तो असं काहदा मान लिया बनया होया, फोटोन्स का बनया होया मान लिया। ठीक है। अगली गल, एक फोटोन जिहड़े ने ना वो जिहड़ी तुहाडी लाइट तुसीं पा रहे हो उनकी इंटेंसिटी कितनी है। इंटेंसिटी अगेन तुहानूं पता सारिਆਂ ਨੂੰ की है, इंटेंसिटी मतलब नंबर ऑफ फोटोन्स ने, है ना। उनकी जिहड़ी एनर्जी है वो हमेशा एच न्यू रहेगी। मतलब तुसीं जदों इंटेंसिटी वधाओगे, यानी कि जे तुसीं घर च तुसीं ऐ ला लो भी तुसीं 100 वाट का बल्ब लाया होया, 200 वाट का बल्ब लाया होया, पर हैगे दोनों येलो कलर के बल्ब ने, तो उन्होंने विचों जिहड़ा फोटोन इमिट हो रहा है ना उनकी जिहड़ी एनर्जी वो फिक्स है क्योंकि येलो कलर का फोटोन है। ठीक है। इंटेंसिटी ਵਧਾਉਣ ਨਾਲ एक फोटोन की एनर्जी में फर्क नहीं पैंदा, ये ध्यान च रखना है। ठीक है। अगली गल मैं अगला उही तुहानूं दसता जिहड़े पॉइंट बारे मैं गल की कि इंटेंसिटी का मतलब की है कि नंबर ऑफ फोटोन किन्ने इंसीडेंट हो रहे हैं पर सेकेंड किसी भी सरफेस पे। ओके, थर्ड पॉइंट हो गया। अगला है कि इन ए गिवन मीडियम फोटोन्स ट्रैवल विद द स्पीड ऑफ लाइट इन दैट मीडियम। ये बिल्कुल ठीक है। हुण ये एक तरीके नाल वेव नेचर ते पार्टिकल नेचर के विचला ब्रिज भी है क्योंकि जो वेव्स किसी गिवन मीडियम के विच लाइट की स्पीड नाल चलदियां ने, जिहड़ी जिन्नी उस मीडियम के विच लाइट की स्पीड होंदी फोटोन नूं भी चलना ही पऊगा सो दैट कि इन्हां दे विच सैटिंग रहे। अगली गल कि फ्रीकुएंसी जिहड़ी हुंदी है वो इस गल के उत्ते डिपेंड नहीं करती कि आप किहड़े मीडियम च ट्रैवल कर रहे हैं। फ्रीकुएंसी जिहड़ी है वो लिख भी लो एंड इंपॉर्टेंट लाइन है, कलर नहीं बदलता। जे तुसीं मेरा ऑप्टिक्स वाले लैक्चर लाए ने तो तुहानूं इह गल दी मैं इदां समझाउणा, ग्रीन कलर का फोटोन चाहे हवा च होवे चाहे पानी च होवे ग्रीन कलर का नज़र आता। तुहानूं याद है कि लेजर वाले जिन्ने एक्सपैरीमेंट कराए ने उहदे च लेजर लाइट जो तुसीं पानी च पाउंदे सी तो ग्रीन ही रहिंदी सी, है ना। सो इस करके फ्रीकुएंसी जिहड़ी है मीडियम के नाल नहीं बदलती। बदलता कौन है बेटे, हुण ध्यान नाल देखो, सी बराबर कितने हुंदा न्यू टाइम्स लैम्डा। तुहानूं पता कहता कि ये बदलता नहीं, तुहानूं पता कि ये बदलती है, स्पीड घटती है जो मीडियम डेंसर हो जाए ऑप्टिकल से, जे ये घटेगा तो फिर इनू भी घट जाना चाहिए। सो जेकर मीडियम डेंसर होगा तो उनके वेवलेंथ छोटी हो जाती है लेकिन फ्रीकुएंसी की रही है सेम। ये इदां दा सीन है। ठीक है जी। अगला है द रेस्ट मास ऑफ फोटोन इज जीरो एंड ये तुहानूं लिखना आना चाहिए भी इनू किदां प्रूव करना है या किदां इहदे लई गल करनी है। तुसीं +1 च भी ये पढ़िया कि एम बराबर हुंदा है एम नोट डिवाइडेड बाय रूट दे विच 1 माइनस वी स्केयर बाय सी स्केयर। इनू असीं बोलदे हैं रिलेटिविस्टिक मास इक्वेशन। ये आइंस्टाइन की थ्योरी ऑफ रिलेटिविटी तो आई हुई है। ये इक्वेशन की समझाती है कि किसी भी ऑब्जेक्ट का मास, आ मास है इन मोशन, आ रेस्ट मास है, आ लाइट की स्पीड है, तो आ जिहड़ा जो मास मोशन च तो आ दी स्पीड है। तो इत्थों ये समझ आती है कि जिहड़ा रेस्ट मास है साडा वो किहदे बराबर हो गया, एम नोट बराबर हो गया एम इंटू रूट दे विच कितना 1 माइनस वी स्केयर बाय सी स्केयर। किसी भी गिवन मीडियम के विच फोटोन की स्पीड कितनी होंदी है, तुहानूं हुणे दस के हटिया कि वो तुहाडा चौथा नंबर पॉइंट ये समझाता है कि लाइट की स्पीड के बराबर चलता है। इफ वी इज इक्वल टू सी है यानी कि तुहाडा फोटोन जो लाइट की स्पीड नाल चलेगा तुहाडा रेस्ट मास कितना आएगा, वो आएगा एम टाइम्स रूट दे विच 1 माइनस, जो इत्थे सी स्केयर भरोगे इत्थे सी स्केयर भरोगे बेटे कट के 1 आएगा, 1 माइनस 1 कितना आऊगा 0 आऊगा, तो 0 का रूट कितना होंदा 0 ही होंदा। सो एम नूं 0 नाल मल्टीप्लाई करोगे यू विल गेट 0। सो रेस्ट मास फोटोन का 0 होंदा। ठीक है। अगली गल, क्योंकि फोटोन्स जिहड़े ने वो न्यूट्रल पार्टिकल्स ने या कह दो क्वांटाज ने, पैकेट्स ऑफ एनर्जी ने, इस करके उन्होंने ना तो इलैक्ट्रिक फील्ड ना ही मैगनैटिक फील्ड उन्होंने फोर्स ला सकता। इलैक्ट्रिक फील्ड किन्ने दे फोर्स लाउंदा, चार्ज ते लाउंदा, उनकी क्यू ही, है ना। तो जिहड़ा मैगनैटिक फील्ड है वो किन्नी फोर्स लाउंदा, वो लाउंदा क्यू टाइम्स वी क्रॉस बी। तो दोनों वारी चार्ज का होना जरूरी है क्योंकि न्यूट्रल रेडिएशन टाइप है, इस करके ना तो इलैक्ट्रिक फील्ड ना ही मैगनैटिक फील्ड इन्हां ते कोई फोर्स लाउंदे ने, यानी कि डिफलैक्ट नहीं करते इन्हों। ठीक है। अगली गल यह है कि जो मैटर का यानी कि जो तुसीं किसी मैटर मतलब किसी मैटल के सरफेस से मान लो तुसीं फोटोन्स पाए, एक ये हो गया पार्टिकल मतलब पार्टिकल की तो फोटोन की इंटरैक्शन हो गई। तो जो इदां की सिचुएशन होएगी तो उदों कहते हैं कि भी जो एनर्जी मोमेंटम वगैरह तो कंजर्व रहते हैं लेकिन फोटोन की गिनती कंजर्व हो सकता ना रहे। ठीक है। हो सकता है कि नंबर ऑफ फोटोन्स मे नॉट गेट कंजर्वड, हो सकता है कुछ अब्जॉर्ब हो जाए, कोई नवा फोटोन अमिट हो जाए एंड सो ऑन। ये इन्नियां गल्लां कहंदे होए आपां जिहड़ा ये अज दा लैक्चर है बेटा इनू इत्थे बंद करांगे। होपफुली तुसीं मेहनत कर लोगे, आपदी मेहनत करके रखना सो दैट कि अगले लैक्चर दे विच आपां इस यूनिट का जिहड़ा भोग पा सकीए। बाय बेटा।